ਸਾਨੂੰ ਕੋਈ ਇਤਰਾਜ਼ ਨਹੀਂ ਅਫਗਾਨਿਸਤਾਨ ਤੋਂ ਲੋਕ ਆ ਰਹੇ ਕਿਉਂਕਿ ਉੱਥੇ ਦੇ ਹਾਲਾਤ ਐਵੇਂ ਦੇ ਸੀ। ਉਹਨਾਂ ਲੋਕਾਂ ਦੀ ਜਾਨ ਬਚਾਉਣਾ ਵੀ ਮੁਲਕਾਂ ਬਾਕੀ ਦਿਆਂ ਦਾ ਫਰਜ਼ ਆ। Permanent residency is important for students who are graduating. It's not only me that I'm speaking today. There's 1,000 students on my back. They are like hiding their smiles because they have fear of continuing further. ਕੈਨੇਡਾ ਚਾਹੇ ਬੜਾ ਸਟਰਗਲ ਕੀਤਾ, ਹੁਣ ਤੱਕ ਜਾ ਰਹੇ ਹਾਂ। 2013 ਤੋਂ ਲੈ ਕੇ ਤਾਂ ਹੁਣ ਤੱਕ 8 ਸਾਲ ਹੋ ਗਏ ਤੇ ਹਜੇ ਵੀ ਧੱਕੇ ਖਾਏ ਜਾਂਦੇ। ਮੈਨੂੰ ਵਰਕ ਕਰਨ ਦੇ ਲਈ ਮੈਂ ਅਲਾਉ ਨਹੀਂ ਗੀ ਕਿ ਮੈਂ ਇੱਦਾਂ ਵੀ ਨਹੀਂ ਆ ਵੀ ਮੈਂ ਆਪਦੀ ਫੀਸਿਸ ਲਾਈਕ ਕੰਮ ਕਰਕੇ ਮੈਂ ਇਕੱਠੀਆਂ ਕਰ ਲਵਾਂ। ਮੰਮਾ ਮੇਰੇ ਸਿੱਖ ਕਾਲ ਵੀ ਨਹੀਂ ਕਰਦੇ ਕਿਉਂਕਿ ਕਹਿਣਗੇ ਕਿ ਗਾ ਸਾਡੇ PR ਦੇ ਲਈ ਸਾਨੂੰ ਪ੍ਰੋਬਲਮਸ ਆਉਣੀਆਂ ਅਤੇ ਕੋਈ ਛੁੱਟੀ ਕਰਨੀ ਹੋਵੇ ਉਹਦੇ ਲਈ ਵੀ ਸਾਰੇ ਪਹਿਲਾਂ ਸੋਚਣਾ ਪੈਂਦਾ ਆ। ਫਾਰਮ ਦਾ ਵਰਕ ਪਰਮਿਟ ਤੁਹਾਨੂੰ ਪਤਾ ਹੀ ਆ, ਆਪ ਜੀ ਨੂੰ ਮੀਡੀਆ ਨੂੰ ਵੀ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਮਿਲਦਾ ਵਾ। ਉਹਦਾ ਵਿੱਚ ਮੈਨੂੰ 1 ਸਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। 6 ਮਹੀਨੇ ਦੀ ਮੈਨੂੰ ਪੇ ਦਿੱਤੀ ਗਈ। 6 ਮਹੀਨੇ ਬਾਅਦ 'ਚ ਮੇਰੀ ਪੇ ਵੀ ਨਹੀਂ ਦਿੱਤੀ ਉਹਨਾਂ ਨੇ। ਹੋਪ ਸੇਵਾ ਸੁਸਾਇਟੀ ਵੱਲੋਂ ਬਿਨਾਂ ਇਮੀਗ੍ਰੇਸ਼ਨ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਪਿਛਲੇ ਦਿਨੀ 5 ਸਤੰਬਰ 2021 ਨੂੰ ਦੁਪਹਿਰ ਸਮੇਂ ਹੋਪ ਸੇਵਾ ਸੁਸਾਇਟੀ ਵੱਲੋਂ ਹੋਲੈਂਡ ਪਾਰਕ ਵਿੱਚ ਇੱਕ ਸ਼ਾਂਤਮਈ ਰੈਲੀ ਕੀਤੀ ਗਈ ਜੋ ਕਿ ਬਹੁਤ ਹੀ ਕਾਮਯਾਬ ਰਹੀ। ਇਸ ਵਿੱਚ 800 ਤੋਂ ਲੈ ਕੇ 900 ਲੋਕਾਂ ਨੇ ਸ਼ਮੂਲੀਅਤ ਕੀਤੀ। ਬਿਨਾਂ ਇਮੀਗ੍ਰੇਸ਼ਨ ਤੋਂ ਰਹਿ ਰਹੇ ਬਹੁਤ ਸਾਰੇ ਪਰਿਵਾਰਾਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੀ ਸਾਂਝ ਪਾਈ। ਇਹਨਾਂ ਪਰਿਵਾਰਾਂ ਨੇ ਕਿਹਾ ਕਿ ਸਾਨੂੰ PR ਮਿਲਣੀ ਚਾਹੀਦੀ ਹੈ। ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਨਾਮੀ ਕੰਪਨੀਆਂ, ਐਗਰੀਕਲਚਰ ਕੰਪਨੀਆਂ ਅਤੇ ਹੋਰ ਬਹੁਤ ਸਾਰੇ ਬਿਜ਼ਨਸ ਹਰ ਸਾਲ ਬਾਹਰਲੇ ਮੁਲਕਾਂ ਤੋਂ ਕਾਮੇ ਮੰਗਵਾਉਂਦੇ ਨੇ। ਕੁਝ LMI ਅਤੇ ਕੁਝ ਟੈਂਪਰੇਰੀ ਫੋਰਨ ਵਰਕਰ ਜਿਸ ਤੇ ਕੰਪਨੀਆਂ ਦਾ ਬਹੁਤ ਸਾਰਾ ਪੈਸਾ ਤੇ ਸਮਾਂ ਵੀ ਲੱਗਦਾ ਹੈ। ਬੇਸ਼ੱਕ ਹਰ ਸਾਲ ਬਾਹਰੋਂ ਕਾਮੇ ਆਉਣ ਪਰ ਜੋ ਲੋਕ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ, ਚਾਹੇ ਉਹ ਵਰਕ ਪਰਮਿਟ, ਇੰਟਰਨੈਸ਼ਨਲ ਵਰਕ ਪਰਮਿਟ ਹੋਲਡਰ, ਰਿਫਿਊਜੀ ਕਲੇਮਡ, ਇੰਟਰਨੈਸ਼ਨਲ ਸਟੂਡੈਂਟਸ ਜਾਂ ਬਿਨਾਂ ਪੇਪਰਾਂ ਤੋਂ ਰਹਿੰਦੇ ਹਨ, ਉਹਨਾਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਇਹਨਾਂ ਲੋਕਾਂ ਦੀ ਜ਼ਿੰਦਗੀ ਜਿਵੇਂ ਰੁਕ ਗਈ ਹੋਵੇ। ਸਾਰਾ ਸਾਲ ਟੈਕਸ ਤਾਂ ਜ਼ਰੂਰ ਭਰਦੇ ਨੇ ਪਰ ਇਹਨਾਂ ਦੇ ਬੱਚੇ ਨਾ ਹੀ ਵਧੀਆ ਤੇ ਮਨਪਸੰਦ ਕਿੱਤੇ ਵਿੱਚ ਅੱਗੇ ਵਧ ਸਕਦੇ ਨੇ ਕਿਉਂਕਿ ਇਹਨਾਂ ਕੋਲ PR ਨਹੀਂ ਹੈ ਤੇ ਨਾ ਹੀ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਨੇ। ਇਸ ਲਈ ਇਹਨਾਂ ਦੀ ਜਲਦ ਤੋਂ ਜਲਦ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਸਰੀ ਨਿਊਟਨ ਤੋਂ ਸੁਖ ਧਾਲੀਵਾਲ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਲੋਕਾਂ ਦੀ ਆਵਾਜ਼ ਅੱਗੇ ਸਰਕਾਰਾਂ ਤੱਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ। ਕੈਨੇਡੀਅਨ ਸਿਟੀਜ਼ਨ ਅਤੇ PR ਵਸਨੀਕਾਂ ਨੇ ਇਸ ਰੈਲੀ ਵਿੱਚ ਭਾਗ ਲਿਆ ਅਤੇ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਹਾਮੀ ਭਰੀ। ਇਸ ਰੈਲੀ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਹੋਪ ਸੇਵਾ ਸੁਸਾਇਟੀ ਵੱਲੋਂ ਅਤੇ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਵੱਲੋਂ ਸਭ ਦਾ ਧੰਨਵਾਦ ਵੀ ਕੀਤਾ ਗਿਆ। ਦੇਖੋ ਇੱਕ ਖਾਸ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਤੁਹਾਡੇ ਨਾਲ ਤੁਹਾਡੀ ਹੋਸਟ ਬਲਜਿੰਦਰ ਕੌਰ। ਹਮੇਸ਼ਾ ਹੀ ਅਸੀਂ ਤੁਹਾਨੂੰ ਕਮਿਊਨਿਟੀ ਦੇ ਕਿਸੇ ਨਾ ਕਿਸੇ ਇਵੈਂਟ ਦੇ ਵਿੱਚ ਲੈ ਕੇ ਜਾਂਦੇ ਹਾਂ। ਅੱਜ ਤੁਸੀਂ ਮੇਰੇ ਪਿੱਛੇ ਇੱਕ ਬਹੁਤ ਵੱਡਾ ਇਕੱਠ ਦੇਖ ਰਹੇ ਹੋ। ਬਹੁਤ ਸਾਰੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ। ਹੋਪ ਸੇਵਾ ਸੁਸਾਇਟੀ ਵੱਲੋਂ ਅੱਜ ਇੱਕ ਪੀਸਫੁਲ ਪ੍ਰੋਟੈਸਟ ਰੱਖਿਆ ਗਿਆ ਸੀ। ਇਸ ਪ੍ਰੋਟੈਸਟ ਦੇ ਵਿੱਚ ਉਹ ਲੋਕ ਇੱਥੇ ਪਹੁੰਚੇ ਨੇ ਜਿਹੜੇ ਰਿਫਿਊਜੀ ਨੇ, ਵਰਕ ਪਰਮਿਟ 'ਤੇ ਨੇ ਜਾਂ ਇੰਟਰਨੈਸ਼ਨਲ ਨੇ। ਇਹਨਾਂ ਦੇ ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਇੱਕ ਪਟੀਸ਼ਨ ਸਾਈਨ ਕਰਕੇ ਗੌਰਮੈਂਟ ਤੱਕ ਪਹੁੰਚਦੀ ਕੀਤੀ ਸੀ, ਸਰਕਾਰ ਤੱਕ, ਕਿ ਜਿਹੜੇ ਲੋਕ ਇਹਨਾਂ ਮੁਲਕਾਂ 'ਚ ਬੜੇ ਲੰਬੇ ਸਮੇਂ ਤੋਂ ਰਹਿੰਦੇ ਨੇ, ਟੈਕਸ ਪੇ ਕਰਦੇ ਨੇ, ਉਹਨਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਪੱਕਿਆ ਕੀਤਾ ਜਾ ਸਕੇ। ਤੁਸੀਂ ਸਾਰੇ ਜਾਣਦੇ ਹੋ ਪਿਛਲੇ ਸਮੇਂ ਤੋਂ ਹੋਰਨਾਂ ਮੁਲਕਾਂ ਤੋਂ ਬੜੇ ਲੋਕ ਆ ਰਹੇ ਨੇ। ਇੱਥੇ ਕਾਮਿਆਂ ਦੀ ਜ਼ਰੂਰਤ ਆ ਪਰ ਜਿਹੜੇ ਸਾਡੇ ਆਪਣੇ ਮੁਲਕ 'ਚ ਰਹਿ ਰਹੇ ਨੇ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਵੀ ਇੱਥੇ ਬਿਨਾਂ ਕਿਸੇ ਕੰਡੀਸ਼ਨ ਪੱਕਿਆ ਕੀਤਾ ਜਾਵੇ। ਸੋ ਇਸ ਦੇ ਲਈ ਅੱਜ ਇੱਥੇ ਬੜਾ ਭਾਰੀ ਇਕੱਠ ਹੋਇਆ ਆ। ਸਾਰੀਆਂ ਕੋਵਿਡ ਦੀਆਂ ਗਾਈਡਲਾਈਨਸ ਫੋਲੋ ਕੀਤੀਆਂ ਜਾ ਰਹੀਆਂ ਨੇ। ਸੋ ਦੇਖਦੇ ਹਾਂ ਅਗਲੀ ਰਿਪੋਰਟ। ਥੈਂਕ ਯੂ ਜੀ। ਸੋ ਜਿੱਥੇ ਆਪਾਂ LMI ਜਾਂ ਐਲਸਾਂ ਦੇ ਉੱਤੇ ਜ਼ੋਰ ਦਿੰਦੇ ਹਾਂ ਉੱਥੇ ਨਾਲ ਦੀ ਨਾਲ ਸਾਡੀ ਸੁਸਾਇਟੀ ਵੱਲੋਂ ਆਪਣੀ ਪਾਈ ਹੋਈ ਸਾਰਿਆਂ ਦੀ ਸਪੋਰਟ ਦੇ ਨਾਲ ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੀ, ਭਾਵੇਂ ਸਿਟੀਜ਼ਨ ਤੇ PR ਜਾਂ ਗਰੋਸਰੀ ਸਟੋਰਾਂ ਨੇ ਸਾਨੂੰ ਵੱਡੇ ਪੱਧਰ 'ਤੇ ਸਪੋਰਟ ਕਰਕੇ ਉਹ ਆਵਾਜ਼ ਸਾਡੀ
ਮੈਂਬਰ ਆਫ ਪਾਰਲੀਮੈਂਟ ਬਣੇ, ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਜਾ ਕੇ ਸਾਡੀ ਆਵਾਜ਼ ਬੁਲੰਦ ਕੀਤੀ। ਉਸ ਆਵਾਜ਼ ਦੇ ਸਟੈਂਡਿੰਗ ਕਮੇਟੀ ਦੇ ਵਿੱਚੋਂ 26 ਅਪ੍ਰੈਲ ਸ਼ਾਮੀ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ 5 ਮਿੰਟ ਚੱਲੀ ਚਰਚਾ ਨੂੰ, ਜਿਹਦੇ ਵਿੱਚ ਕੈਨੇਡਾ ਦੇ ਆਲ ਮੈਂਬਰ ਪਾਰਲੀਮੈਂਟਾਂ ਨੇ ਸਪੋਰਟ ਕੀਤੀ। ਵਿਦਆਊਟ ਕੰਡੀਸ਼ਨ ਆਲ ਵਰਕ ਪਰਮਿਟ ਹੋਲਡਰ, ਸਟੂਡੈਂਟ ਤੇ ਰਿਫਿਊਜੀ ਕਲੇਮਰਾਂ ਨੂੰ ਪੱਕੇ ਕੀਤਾ ਜਾਵੇ। ਸੋ ਅੱਜ ਦੀ ਰੈਲੀ ਸਾਡੀ ਉਸ ਕੀਤੀ ਹੋਈ ਵਿਚਾਰ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਅੱਜ ਰੈਲੀ ਰੱਖੀ ਗਈ ਆ। ਇਹ ਆਵਾਜ਼ ਜੋ ਗੌਰਮੈਂਟ ਨੇ ਜੋ ਕੰਮ ਕਰਨਾ ਸੀ ਪਾਰਲੀਮੈਂਟ ਮੈਂਬਰਾਂ ਨੇ, ਉਹ ਸਾਡੀ ਆਵਾਜ਼ ਪਾਰਲੀਮੈਂਟ ਪਹੁੰਚੀ ਆ। ਅੱਜ ਦੀ ਰੈਲੀ ਜਿਹੜੀ ਆ ਉਹ ਸਾਡੀ ਪਾਰਲੀਮੈਂਟ ਦੀ ਹੋਈ ਵਿਚਾਰ ਚਰਚਾ ਨੂੰ ਇੰਪਲੀਮੈਂਟ ਕਰਾਉਣਾ ਪ੍ਰਸ਼ਾਸਨ ਕੋਲੋਂ ਇਹ ਹੋਏਗੀ। ਮੇਰਾ ਨਾਮ ਬਲਜਿੰਦਰ ਕੌਰ ਆ ਤੇ ਅੱਜ ਅਸੀਂ ਇਹ ਜਿਹੜੀ ਰੈਲੀ ਰੱਖੀ ਆ ਇਹ ਪੀਸਫੁਲ ਰੈਲੀ ਰੱਖੀ ਆ। ਇਸ ਦਾ ਇੱਕ ਕਾਰਨ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਇਲੈਕਸ਼ਨਸ ਆ, ਕੋਈ ਕੰਮ ਹੋ ਨਹੀਂ ਰਿਹਾ, ਪਰ ਸਾਡਾ ਕੰਮ ਆਲਰੇਡੀ ਹੋ ਚੁੱਕਾ ਆ ਤੇ ਸਿਰਫ ਇਸ ਨੂੰ ਇੰਪਲੀਮੈਂਟ ਕਰਨ ਦੀ ਲੋੜ ਆ। ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰਾਂ, ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਰੂੰਗੀ, ਪਲੀਜ਼ ਜਿਨ੍ਹਾਂ ਨੇ ਮਾਸਕ ਨਹੀਂ ਲਾਏ, ਜੇ ਤੁਸੀਂ ਇੱਕ ਦੂਜੇ ਦੇ ਬਿਲਕੁਲ ਨਾਲ ਖੜੇ ਹੋ ਤੇ ਪਲੀਜ਼ ਮਾਸਕ ਜ਼ਰੂਰ ਲਾ ਲਓ। ਸੋਸ਼ਲ ਡਿਸਟੈਂਸ ਦਾ ਖਿਆਲ ਵੀ ਰੱਖੋ, ਪਰ ਜੇ ਤੁਹਾਡੇ ਮਾਸਕ ਲੱਗਿਆ ਤੁਹਾਡੀ ਆਪਣੀ ਸੇਫਟੀ ਆ, ਕਿਉਂਕਿ ਸਿਟੀ ਨੇ ਸਾਡੇ ਕੋਲੋਂ ਸਾਰੀਆਂ ਇਹੋ ਗਾਈਡਲਾਈਨਸ ਦਿੱਤੀਆਂ ਹੈਗੀਆਂ ਕਿ ਅੱਜ ਅਸੀਂ ਇੱਥੇ ਰੈਲੀ ਕਰ ਰਹੇ ਹਾਂ ਤੇ ਅਸੀਂ ਸੇਫਟੀ ਗਾਈਡਲਾਈਨਸ ਦਾ ਪ੍ਰੋਟੋਕੋਲਸ ਫੋਲੋ ਜ਼ਰੂਰ ਕਰੀਏ। ਸੋ ਥੈਂਕ ਯੂ। ਸੋ ਐਸਾ ਹੱਥ ਜਿਨ੍ਹਾਂ ਨੇ ਹਾਲੇ ਨਹੀਂ ਸਾਈਨ ਕੀਤੇ ਇਸ ਰੈਲੀ ਦੇ ਵਿੱਚ ਤੁਸੀਂ ਸ਼ਾਮਲ ਹੋਏ ਆ। ਇੱਧਰਲੇ ਪਾਸੇ ਇੱਕ ਟੇਬਲ ਲੱਗਾ, ਵੋਲੰਟੀਅਰ ਬੈਠੇ ਨੇ, ਤੁਸੀਂ ਇੱਥੇ ਆਪਣਾ ਨਾਮ, ਫੋਨ ਨੰਬਰ ਸਾਈਨ ਕਰ ਸਕਦੇ ਹੋ। ਇਹ ਆਵਾਜ਼ ਅੱਜ ਵੀ ਇੱਥੇ ਕਿੰਨੀ ਗੈਦਰਿੰਗ ਹੋਈ ਆ, ਕਿੰਨੇ ਲੋਕ ਇੱਥੇ ਆਪਣਾ ਸਮਾਂ ਕੱਢ ਕੇ ਪਹੁੰਚੇ ਆ, ਇਹ ਸਾਰੀ ਆਵਾਜ਼ ਅਸੀਂ ਸਰਕਾਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਸਾਡੀ ਪਹਿਲਾਂ ਵੀ ਸੀ ਤੇ ਹੁਣ ਵੀ ਇਹੀ ਆ। ਜਦੋਂ ਅਸੀਂ ਕਹਿੰਦੇ ਆ ਕਿ PR ਪਰਮਾਨੈਂਟ ਰੈਜ਼ੀਡੈਂਸ, ਇਸ ਦੁਨੀਆ ਦੇ ਉੱਤੇ ਪਰਮਾਨੈਂਟ ਰੈਜ਼ੀਡੈਂਸ ਤਾਂ ਅਸੀਂ ਕੋਈ ਵੀ ਨਹੀਂ ਗੇ, ਇਹ ਸਿਰਫ ਇੱਕ ਕਾਰਡ ਆ ਸਾਨੂੰ ਵਧੀਆ ਸਹੂਲਤਾਂ ਮਿਲ ਸਕਣ। ਅਸੀਂ ਲੋਕ ਜੋ ਪਹਿਲਾਂ ਇਹਨਾਂ ਮੁਲਕਾਂ 'ਚ ਆਏ ਆ, ਕਿਸੇ ਤਰ੍ਹਾਂ ਵੀ ਆਏ ਹੋਈਏ, ਕੋਈ ਪਰਿਵਾਰਾਂ ਦੇ ਨਾਲ ਆਇਆ, ਕੋਈ ਮੈਰਿਜ ਬੇਸ 'ਤੇ ਆਇਆ, ਕੋਈ ਸਟੱਡੀ ਲਈ ਆਇਆ, ਜਿਹੜੇ ਪਰਮਾਨੈਂਟ ਇੱਥੇ ਹੈ ਰੈਜ਼ੀਡੈਂਸ ਹੈਗੀ ਆ, ਜਿਨ੍ਹਾਂ ਕੋਲ ਰੈਜ਼ੀਡੈਂਸੀ, ਉਹਨਾਂ ਦੇ ਲਈ ਸਹੂਲਤਾਂ ਬਹੁਤ ਨੇ। ਇੱਦਾਂ ਨਹੀਂ ਕਿ ਸਰਕਾਰ ਸੋਚਦੀ ਨਹੀਂ, ਤੁਹਾਡੇ ਬਾਰੇ ਵੀ ਬਹੁਤ ਸੋਚਦੇ ਆ, ਪਰ ਕਿਤੇ ਨਾ ਕਿਤੇ ਕੁਝ ਖਾਮੀਆਂ ਰਹਿ ਜਾਂਦੀਆਂ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਬਾਹਰੋਂ ਕਾਮੇ ਲਿਆ ਰਹੀ ਆ, ਹਰ ਜਗ੍ਹਾ ਦੇ ਉੱਤੇ ਸਾਈਨ ਲੱਗੇ ਆ, ਹਾਇਰਿੰਗ, ਲੇਬਰ ਮਿਲ ਨਹੀਂ ਰਹੀ, ਕੰਮ ਵਾਲੇ ਲੱਭ ਨਹੀਂ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ। ਅਫਗਾਨਿਸਤਾਨ ਤੋਂ ਲੋਕ ਆ ਰਹੇ ਕਿਉਂਕਿ ਉੱਥੇ ਦੇ ਹਾਲਾਤ ਐਵੇਂ ਦੇ ਸੀ, ਉਹਨਾਂ ਲੋਕਾਂ ਦੀ ਜਾਨ ਬਚਾਉਣਾ ਵੀ ਮੁਲਕਾਂ ਬਾਕੀ ਦਿਆਂ ਦਾ ਫਰਜ਼ ਆ। ਸੋ ਅਸੀਂ ਕਿਸੇ ਦੇ ਅਗੇਂਸਟ ਨਹੀਂ, ਕਿਉਂਕਿ ਕੈਨੇਡਾ ਇਹ ਨਹੀਂਗਾ ਕਿ ਇੱਕ ਵਾਰ ਕੈਨੇਡਾ 'ਚ ਅਸੀਂ ਆ ਗਏ ਤੇ ਅਸੀਂ ਦਰਵਾਜ਼ੇ ਬੰਦ ਕਰ ਲਿਆ, ਹੋਰ ਕੋਈ ਆ ਹੀ ਨਹੀਂ ਸਕਦਾ। ਇਹ ਸਾਰਿਆਂ ਨੂੰ ਵੈਲਕਮ ਕਰਦਾ। ਇੱਥੇ ਇਹੋ ਜਿਹੇ ਸ਼ਹਿਰ ਆ ਜਿੱਥੇ ਲੇਬਰ ਦੀ ਬਹੁਤ ਸ਼ਾਰਟੇਜ ਆ, ਪਰ ਗੱਲ ਇਹ ਹੈਗੀ ਆ ਕਿ ਅਸੀਂ ਬਾਹਰੋਂ ਲਿਆਉਂਦੇ ਆ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ, ਪਰ ਜਿਹੜੇ ਇੱਥੇ ਇੰਨੇ ਬੈਠੇ ਹੋਏ, ਮੇਰੇ ਸਾਹਮਣੇ ਤਾਂ ਸਿਰਫ 65,000 ਪਟੀਸ਼ਨ ਜਿਹੜੀ ਸਾਈਨ ਕੀਤੀ ਹੋਈ ਭੇਜੀ ਪਾਰਲੀਮੈਂਟ 'ਚ, ਮੈਨੂੰ ਹਾਲੇ ਉਹਦਾ ਹੀ ਸਿਰਫ ਪਤਾ ਸੀ। ਜਦੋਂ ਜਸਵਿੰਦਰ ਸਿੰਘ ਹੋਪ ਸੇਵਾ ਸੁਸਾਇਟੀ ਦੇ ਸਾਬਕਾ ਪ੍ਰਧਾਨ ਨੇ, ਜਦੋਂ ਇਹਨਾਂ ਨੇ ਦੱਸਿਆ ਕਿ ਇਹ ਤਾਂ ਸਿਰਫ ਉਹ ਲੋਕ ਆ ਜਿਨ੍ਹਾਂ ਨੇ ਸਾਈਨ ਕੀਤੇ ਸੀ, ਤੇ ਪਤਾ ਨਹੀਂ ਕਿੰਨੇ ਹੋਰ ਹਜ਼ਾਰਾਂ ਉਹ ਲੋਕ ਆ ਜਿਨ੍ਹਾਂ ਦੇ ਕੋਲ ਕੋਈ ਪੇਪਰ ਵਰਕ ਹੀ ਹੈ ਨਹੀਂਗਾ। ਹੁਣ ਇੱਥੇ ਸੋਚ ਕਿਤੇ ਨਾ ਕਿਤੇ ਤੁਹਾਡੀ ਡੀਪ ਜਾਂਦੀ ਆ, ਤੁਸੀਂ ਡੂੰਘਾ ਸੋਚਦੇ ਆ। ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਆ, ਸਾਡੇ ਕੋਲ ਹਰ ਸੁੱਖ ਸਹੂਲਤ ਆ, ਮੈਡੀਕਲ ਸਾਡਾ ਕਵਰੇਜ ਆ, ਔਰ ਕੰਮਕਾਰ ਅਸੀਂ ਆਪਣੇ ਰਾਈਟਸ ਲਈ ਝੱਟ ਜਾ ਕੇ ਲੜ ਪੈਂਦੇ ਆ। ਤੇ ਫਿਰ ਜਦੋਂ ਅਸੀਂ ਸੋਚਦੇ ਆ ਕਿ ਇਹਨਾਂ ਜਿਨ੍ਹਾਂ ਕੋਲ ਪੇਪਰ ਹੀ ਹੈ ਨਹੀਂਗੇ, ਇਹ ਕਿਵੇਂ ਸਰਵਾਈਵ ਕਰਦੇ ਹੋਣਗੇ, ਖੂਹ ਦੀ ਮਿੱਟੀ ਖੂਹ ਨੂੰ ਲਾਈ ਜਾਂਦੇ ਨੇ। ਮੈਨੂੰ ਦੁੱਖ ਉਸ ਦਿਨ ਲੱਗਾ, ਬੇਸ਼ੱਕ ਮੈਂ ਇਸ ਕੰਟਰੀ 'ਚ ਪਿਛਲੇ 30-32 ਸਾਲ ਤੋਂ ਰਹਿ ਰਹੀ ਹਾਂ, ਮੈਨੂੰ ਦੁੱਖ ਉਸ ਦਿਨ ਲੱਗਾ, ਇੱਕ 18 ਸਾਲ ਦਾ ਬੱਚਾ, ਮੈਂ ਜ਼ਰੂਰ ਅੱਜ ਉਹਨੂੰ ਇਸ ਗੱਲ ਇਹ ਕਿਹਾ ਸੀ ਕਿ ਤੂੰ ਸਪੀਚ ਅੱਜ ਜ਼ਰੂਰ ਕਰੀ, ਆਪਣਾ ਦੱਸੀ। ਉਸ ਬੱਚੇ ਨੇ ਇਹ ਕਿਹਾ ਕਿ ਮੈਂ ਪਾਇਲਟ ਬਣਨਾ ਚਾਹੁੰਦਾ ਹਾਂ, ਪਰ ਉਹਦੇ ਲਈ ਗਾਈਡਲਾਈਨਸ ਬਹੁਤ ਹਾਰਡ ਆ, ਕਿਉਂਕਿ ਉਹਦੇ ਪੇਰੈਂਟਸ ਵੀ ਇਸ ਮੁਲਕ 'ਚ ਹੱਲੇ ਕੱਚੇ ਆ ਤੇ ਉਹਦੇ ਕੋਲ ਆਪ ਵੀ ਉਹ ਬੱਚਾ ਹੱਲੇ ਕੱਚਾ ਆ। ਔਰ ਜਿਹੜੇ ਪੇਰੈਂਟਸ, ਜਿਹੜੇ ਇੱਥੇ ਲੋਕ ਰਹਿੰਦੇ ਨੇ, ਉਹਨਾਂ ਦੇ ਬੱਚੇ ਹਾਈ ਸਕੂਲ ਤੱਕ ਤਾਂ ਸਟੱਡੀ ਕਰ ਲੈਂਦੇ ਆ,
ਕਿਉਂਕਿ ਇੰਨੀਆਂ ਜ਼ਿਆਦੀਆਂ ਫੀਸਾਂ ਉੱਥੇ ਨਹੀਂ ਹੁੰਦੀਆਂ। ਪਰ ਜਦੋਂ ਉਹਨੇ ਯੂਨੀਵਰਸਿਟੀ ਕਾਲਜਸ ਜਾਣਾ ਆ, ਉੱਥੇ ਜਾ ਕੇ ਇੱਕ ਪਾਸੇ ਉਹ ਆਪਣੀ PR ਦੇ ਲਈ ਸਟਰਗਲ ਕਰਦੇ ਨੇ, ਦੂਜੇ ਪਾਸੇ ਉਹਨਾਂ ਦੇ ਬੱਚੇ ਵੀ ਇਸੇ ਸਟਰਗਲ ਦੇ ਵਿੱਚ ਆ ਜਾਂਦੇ ਆ। ਉਦੋਂ ਦੁੱਖ ਲੱਗਦਾ ਕਿ ਹਰ ਪੇਰੈਂਟਸ ਇਹਨਾਂ ਮੁਲਕਾਂ 'ਚ ਕਿਉਂ ਆਉਂਦੇ ਆ, ਕਿਉਂਕਿ ਉਹ ਚਾਹੁੰਦੇ ਸਾਡਾ ਫਿਊਚਰ ਬ੍ਰਾਈਟ ਹੋਵੇ, ਸਾਡੇ ਬੱਚਿਆਂ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਵਧੀਆ ਹੋਵੇ। ਅਸੀਂ ਆਉਂਦੇ ਕਿਉਂ ਆ ਇੱਥੇ? ਕਿਉਂਕਿ ਸਾਨੂੰ ਪਤਾ ਕਿ ਸਾਡੇ ਆਪਣੇ ਮੁਲਕ 'ਚ ਵੀ ਸਾਡੇ ਚਾਚੇ ਤਾਏ, ਸਾਡੇ ਪਰਿਵਾਰ ਅੱਜ ਵੀ 10 ਮਹੀਨੇ ਹੋ ਚੱਲੇ ਆ ਸੜਕਾਂ 'ਤੇ ਬੈਠੇ ਆ। ਉਹ ਕਾਹਦੇ ਲਈ ਬੈਠੇ ਆ? ਉਹ ਵੀ ਆਪਣੇ ਹੱਕ ਮੰਗ ਰਹੇ ਆ। ਕਿਉਂ ਯੰਗ ਜਨਰੇਸ਼ਨ, ਕਿਉਂ ਜਿਹੜੇ ਬੱਚੇ ਉੱਥੋਂ ਸਟੱਡੀ ਇੱਥੇ ਕਰਨ ਆਉਂਦੇ ਆ? ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਇਹਨਾਂ ਮੁਲਕਾਂ 'ਚ ਸਟੱਡੀ ਕਰਾਂਗੇ ਤੇ ਅਸੀਂ ਆਪਣੀ ਪਿਛਲੀ ਜਿਹੜੀ ਸਾਡਾ ਪਰਿਵਾਰ ਆ ਉਹਨੂੰ ਖੁਸ਼ਹਾਲ ਕਰ ਸਕਦੇ ਹਾਂ। ਸੋ ਬਹੁਤ ਸਾਰੇ ਸਵਾਲ ਜਦੋਂ ਸਾਡੇ ਸਾਹਮਣੇ ਆਏ ਤੇ ਹੋਪ ਸੇਵਾ ਸੁਸਾਇਟੀ ਦੇ ਨਾਲ ਕੰਮ ਕਰਨ ਦੇ ਲਈ ਅਸੀਂ ਇਹਨਾਂ ਦੀ ਨਾਲ ਆ ਕੇ ਰਲੇ। ਸੋ ਇੱਕ ਛੋਟੀ ਟੀਮ ਸੀ। ਅੱਜ ਮੈਨੂੰ ਬੜਾ ਪ੍ਰਾਊਡ ਮਹਿਸੂਸ ਹੁੰਦਾ ਆ ਕਿ ਸ਼ਾਇਦ ਕਿਤੇ ਮੇਰੀ ਉਸ ਵਾਹਿਗੁਰੂ ਨੇ ਕੋਈ ਡਿਊਟੀ ਲਾਈ ਸੀ ਕਿ ਮੈਂ ਸ਼ਾਇਦ ਤੁਹਾਡੀ ਆਵਾਜ਼ ਬਣਨਾ, ਸ਼ਾਇਦ ਤੁਹਾਡੇ ਨਾਲ ਇਸ ਕੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣਾ। ਸੋ ਤੁਹਾਡੇ ਨਾਲ ਆ, ਅਸੀਂ ਹਮੇਸ਼ਾ ਹੀ ਰਵਾਂਗੇ। ਪਰ ਜਦੋਂ ਤੁਸੀਂ ਕੋਈ ਪ੍ਰੋਗਰਾਮ, ਕੋਈ ਵੀ ਅਸੀਂ ਉਲੀਕਦੇ ਹਾਂ, ਕੋਈ ਵੀ ਸੁਸਾਇਟੀ ਹੋਵੇ, ਕੋਈ ਆਰਗੇਨਾਈਜੇਸ਼ਨ ਹੋਵੇ, ਉਹਦੇ ਲਈ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਆ। ਸੋ ਮੇਰੇ ਕੋਲ ਕੁਛ ਇੱਕ ਨਾਂ ਨੇ, ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਬਿਨਾਂ ਕੁਛ ਕਿਹਾ, ਅਸੀਂ ਉਹਨਾਂ ਨੂੰ ਕੁਛ ਨਹੀਂ ਸੀ ਕਿਹਾ, ਪਰ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਾਡੇ ਤੱਕ ਅੱਜ ਇੱਥੇ ਤੱਕ ਜਿੰਨੀ ਸੇਵਾ ਕਰ ਸਕਦੇ ਸੀ ਉਹਨਾਂ ਨੇ ਕੀਤੀ। ਇਹ ਕਿਸੇ ਦੀ ਕੋਈ ਐਡਵਰਟਾਈਜ਼ ਨਹੀਂ ਗੀ, ਪਰ ਕਹਿੰਦੇ ਜਦੋਂ ਕੋਈ ਤੁਹਾਡੀ ਬਾਂਹ ਫੜਨ ਅੱਗੇ ਵੱਧ ਕੇ ਆਉਂਦਾ ਆ, ਉਹ ਕਿਸੇ ਤਰ੍ਹਾਂ ਦੀ ਛੋਟੀ ਤੋਂ ਛੋਟੀ ਵੀ ਤੁਹਾਡੀ ਉਹ ਹੈਲਪ ਹੋਵੇ, ਕੋਈ ਮਦਦ ਹੋਵੇ, ਉਹਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ। ਸੋ JKM ਰੈਪ ਤੋਂ ਕੁਲਵਿੰਦਰ ਗਿੱਲ ਤੇ ਹਰਜਿੰਦਰ ਚੀਮਾ, ਇਹਨਾਂ ਦਾ ਆਪਣਾ ਕੋਈ ਛੋਟਾ ਜਿਹਾ ਬਿਜ਼ਨਸ ਆ। ਖੈਰ ਮੈਂ ਬਿਜ਼ਨਸ ਲਈ ਬਾਹਲੀ ਡੀਟੇਲ 'ਚ ਨਹੀਂ ਜਾਂਦੀ, ਪਰ ਇਹਨਾਂ ਨੇ ਸਿਰਫ ਆਪਣਾ ਨਾਂ ਦੱਸਿਆ ਸੀ ਤੇ ਇਹਨਾਂ ਨੇ ਪਾਣੀ ਦੀ ਸੇਵਾ ਕੀਤੀ ਆ, ਪਾਣੀ ਸਾਡੇ ਤੱਕ ਪਹੁੰਚਦਾ ਕੀਤਾ ਆ। ਮੈਗਨਾ ਪ੍ਰੋਡਕਸ਼ਨ, ਵਿਨੀ ਸਾਊਂਡ, ਅੱਜ ਅਸੀਂ ਇਸ ਮਾਈਕ ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋਵੋਗੇ। ਵਿਨੋਦ, ਇਹਨਾਂ ਨੇ ਖੁਦ ਮੈਨੂੰ ਫੋਨ ਕੀਤਾ ਕਿ ਜੇ ਤੁਸੀਂ ਇੰਨਾ ਕਰ ਰਹੇ ਹੈਗੇ ਤੇ ਤੁਸੀਂ ਸਾਊਂਡ ਸਿਸਟਮ ਦਾ ਕਿਵੇਂ ਅਰੇਂਜ ਕੀਤਾ? ਮੈਂ ਕਿਹਾ ਜੀ ਅਸੀਂ ਹਾਲੇ ਤੱਕ ਕੋਈ ਅਰੇਂਜ ਨਹੀਂ ਕੀਤਾ, ਅਸੀਂ ਹਾਇਰਿੰਗ ਕਰਾਂਗੇ ਕਿਸੇ ਨੂੰ ਬਾਹਰੋਂ ਅਸੀਂ ਮਾਈਕ ਦੇ ਲਈ। ਕਹਿੰਦੇ ਤੁਹਾਨੂੰ ਜ਼ਰੂਰਤ ਨਹੀਂ, ਮੈਂ ਉੱਥੇ ਟਾਈਮ ਸਿਰ ਪਹੁੰਚੂ। ਤੇ ਮੈਂ ਧੰਨਵਾਦ ਕਰਦੀ ਹਾਂ ਵਿਨੀ ਦਾ, ਜਿਹੜੇ ਇੱਥੇ ਸਾਡੇ ਨਾਲ ਜਦੋਂ ਅਸੀਂ ਇੱਥੇ ਪਹੁੰਚੇ ਉਦੋਂ ਦੇ ਇੱਥੇ ਆਏ ਹੋਏ ਨੇ। ਸੋ ਥੈਂਕ ਯੂ ਵਿਨੀ, ਤੁਸੀਂ ਜ਼ਰੂਰ ਇਹਨਾਂ ਨੂੰ ਕਦੇ ਵੀ ਕਿਸੇ ਨੂੰ ਕਿਤੇ ਜ਼ਰੂਰਤ ਆ ਜ਼ਰੂਰ ਮੌਕਾ ਦਿਓ। ਇਸ ਦੇ ਨਾਲ ਨਾਲ ਗੁਰਮਿੰਦਰ ਔਲਖ, ਟੈਂਟ ਤਪਾਣੀ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ, ਥੈਂਕ ਯੂ ਤੁਹਾਡਾ ਵੀ ਗੁਰਮਿੰਦਰ ਜੀ। ਮੇਕਅਪ ਬਾਈ ਸਾਹਿਬ, ਇਹਨਾਂ ਨੇ ਸੈਨੀਟਾਈਜ਼ਰ, ਮਾਸਕ ਤੇ ਪਾਣੀ ਦੀ ਸੇਵਾ ਕੀਤੀ। ਸੋ ਕਿਸੇ ਨੂੰ ਵੀ ਪਾਣੀ ਚਾਹੀਦਾ ਆ, ਤੁਸੀਂ ਇੱਥੇ ਬੋਟਲਸ ਪਈਆਂ ਹੈਗੀਆਂ, ਲੈ ਸਕਦੇ ਹੋ। ਇਸ ਤੋਂ ਇਲਾਵਾ ਸਾਂਝਾ TV, ਸੋ ਤੁਸੀਂ ਟੈਂਟ ਪਿੱਛੇ ਲੱਗੇ ਦੇਖ ਸਕਦੇ ਹੋ, ਕਿਉਂਕਿ ਸਾਨੂੰ ਲੱਗਦਾ ਸੀ ਕਿ ਸ਼ਾਇਦ ਮੀਂਹ ਦਾ ਅੱਜ ਹੈਗਾ ਆ ਤੇ ਸਵੇਰ ਤੋਂ ਠੀਕ ਸੀ, ਹੁਣ ਕਿਣਮਿਣ ਜੀ ਹੋਣੀ ਸ਼ੁਰੂ ਹੋ ਗਈ ਆ। ਸੋ ਇਸ ਕਰਕੇ ਟੈਂਟ ਦਾ ਅਰੇਂਜ ਕੀਤਾ ਗਿਆ ਸੀ। ਸੋ ਥੈਂਕ ਯੂ ਸਾਡੇ ਚੈਨਲ ਦਾ, ਜਿਨ੍ਹਾਂ ਨੇ ਹਮੇਸ਼ਾ ਸਾਥ ਦਿੱਤਾ। H&R ਤੋਂ ਬੱਲ ਸਾਡੇ ਨਾਲ ਪਹੁੰਚੇ ਨੇ ਇਸ ਇਵੈਂਟ ਦੀ ਸਾਰੀ ਕਵਰੇਜ ਕਰਨ ਦੇ ਲਈ। ਤੇ ਹੁਣ ਕੁਝ ਬੁਲਾਰੇ ਆ, ਮੈਂ ਚਾਹੂੰਗੀ ਕਿ ਉਹ ਆ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ। ਇਸ ਤੋਂ ਪਹਿਲਾਂ ਕਿ ਅਸੀਂ ਥੋੜ੍ਹਾ ਜਿਹਾ ਮੈਂ ਪ੍ਰੋਗਰਾਮ ਦੀ ਰੂਪਰੇਖਾ ਵੀ ਤੁਹਾਨੂੰ ਦੱਸ ਦਿਆਂ। ਸਾਡੇ 5 ਵੋਲੰਟੀਅਰ ਤੇ ਪਲੱਸ 15 ਤੋਂ 20 ਜਾਣਿਆਂ ਦੀ ਟੀਮ, ਜਿਹੜੇ ਵੀ ਤੁਸੀਂ ਨਾਲ ਜਾਣਾ ਚਾਹੁੰਦੇ ਹੋ, ਅਸੀਂ ਇੱਕ ਗਰੁੱਪ ਜਾਵੇਗਾ ਜਿਹੜਾ ਰਾਊਂਡ ਇੱਥੋਂ ਇੱਕ ਪੂਰਾ ਲਾ ਕੇ ਵਾਪਸ ਇੱਥੇ ਆ ਜਾਵੇਗਾ। ਸੋ ਕੋਈ ਨਾਅਰੇਬਾਜ਼ੀ ਨਹੀਂ ਹੋਊਗੀ, ਕੋਈ ਅਸੀਂ ਕਿਸੇ ਦੇ ਸਵਾਲਾਂ ਨੂੰ ਜਵਾਬ ਨਹੀਂ ਦੇਵਾਂਗੇ, ਕਿਸੇ ਦੇ ਨਾਲ ਅਸੀਂ ਬਹਿਸ ਨਹੀਂ ਕਰਨੀ। ਸਾਡੇ ਕੋਲ ਇੱਕ ਪੈਂਫਲੇਟ ਆ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਬਣਿਆ ਹੋਇਆ। ਕੋਈ ਸਾਡੀ ਕਮਿਊਨਿਟੀ ਤੋਂ ਇਲਾਵਾ ਕਿਸੇ ਹੋਰ ਕਮਿਊਨਿਟੀ ਦਾ ਕੋਈ ਸਾਨੂੰ ਸਵਾਲ ਕਰਦਾ ਕਿ ਅੱਜ ਅਸੀਂ ਇੱਥੇ ਕਿਉਂ ਆ, ਜਾਂ ਅਸੀਂ ਸੜਕ 'ਤੇ ਕਿਉਂ ਇਹ ਬੈਨਰ ਲੈ ਕੇ ਜਾਂਦੇ ਹਾਂ, ਅਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਪੈਂਫਲੇਟ ਦੇ ਸਕਦੇ ਹਾਂ। ਇਹਦੇ ਉੱਤੇ ਪੂਰਾ ਸਮਝਾਇਆ ਗਿਆ ਕਿ ਕਾਹਤੋਂ ਅਸੀਂ ਇੱਥੇ ਇਕੱਠੇ ਹੋਏ ਹਾਂ, ਸਾਡੀਆਂ ਡਿਮਾਂਡਸ ਕੀ ਆ, ਕੀ ਅਸੀਂ ਚਾਹੁੰਦੇ ਹਾਂ। ਅਸੀਂ ਇਸ ਮੁਲਕ ਦੇ ਵਸਿੰਦੇ ਬਣਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਬੱਚੇ ਗੁੱਡ ਐਜੂਕੇਸ਼ਨ ਲੈ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਅੱਜ ਲੋਕ ਇੱਥੇ ਖੜੇ ਆ ਨਾ, ਇਹ ਆਪਣੇ ਬਿਜ਼ਨਸ ਵੀ ਓਨ ਕਰਨਗੇ, ਘਰ ਵੀ ਇਹਨਾਂ ਨੇ ਇੱਥੇ ਲੈਣੇ ਆ। ਸੋ ਇਕੋਨਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਲੋਕਾਂ ਦਾ ਹੋਵੇਗਾ। ਸੋ ਥੋੜ੍ਹੇ ਜਿਹੇ ਸਾਡੇ ਕੋਲ ਬੁਲਾਰੇ ਨੇ, ਉਹ ਹੋਪ ਸੇਵਾ ਸੁਸਾਇਟੀ ਦੇ ਮੈਂਬਰ ਵੀ ਨੇ ਤੇ ਕੁਝ ਬੱਚੇ ਜਿਹੜੇ ਮੈਂ ਚਾਹੂੰਗੀ ਕਿ ਉਹ ਜ਼ਰੂਰ ਆਉਣ। ਸੋ ਮੈਂ ਸਾਰਿਆਂ ਤੋਂ ਪਹਿਲਾਂ ਬੁਲਾਉਣਾ ਚਾਹਾਂਗੀ ਦਿਲਾਵਰ ਸਿੰਘ।
ਸੋ ਮੈਂ ਦਿਲਾਵਰ ਸਿੰਘ ਨੂੰ ਇੱਥੇ ਬੁਲਾਉਣਾ ਚਾਹਾਂਗੀ ਤਾਂ ਕਿ ਦਿਲਾਵਰ ਆ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕੇ। ਸੋ ਬੱਚਾ ਦਿਲਾਵਰ ਸਿੰਘ। Hi everybody, I want to welcome everyone who's here today. And I've just finished high school today, and I just want to explain our experiences, like how it feels to be an immigrant when you're a student from high school and you want to like pick a good career in college. So I'm in high school right now, just finished high school and like pursuing career in universities and colleges. But thing is, like when I step out from the school and with the big dreams, like my friends and my brothers who like in school, we have like a big dreams that we will do this in career, we will do this in career. But when I go to knock the university door, they always say, no, you're not a permanent resident and you can't come in there. So thing is, like we have same grades, even though I got nominated from City of Surrey, Randeep Srai, and community safety. And I worked for a community like from a long time as a community safety member, operator manager, floor hockey coach, and door knocker in MP's campaign. I work as a door knocker in Harjeet Singh Sajjan campaign, in Sukhdaliwan campaign. And even though Randeep Srai nominated me, and just few months before, I got the opportunity to save a citizen life from here, but during my shift. But like everything, alright, I thanked this country. They welcomed me. But thing is, I appreciate whatever I am. I'm here today. But when I look over to go over like a university, and like my parents brought me here, so because like they want me to be successful. To be successful, I need to go university. And they say, okay, if you want to study, pay 50K per year. Like, as my parents are immigrant, and we are immigrant, we know that it's not that possible. And one side I'm studying for PR, other side I have to become international to continue my studies. That's why I have to drop out my studies. That's why I said permanent residence is important for students who are graduating. It's not only me that I'm speaking today. There's 1,000 students on my back. They are like hiding their smiles because they have fear of continuing further. It's not they're not intelligent. They are so intelligent, intellectual, but because they don't have permanent residence, they are not able to become a bright future of Canada. Thank you so much guys for giving me your time. ਪਹਿਲੀ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੂੰਗਾ। ਤੇ ਅਸੀਂ ਕੈਨੇਡਾ 'ਚ ਆਏ 2013 'ਚ, ਬਹੁਤ ਉਮੀਦਾਂ ਲੈ ਕੇ ਆਏ ਗਏ, ਥੋੜ੍ਹੀਆਂ ਉਮੀਦਾਂ ਟੁੱਟ ਗਈਆਂ, ਥੋੜ੍ਹੀਆਂ ਅਜੇ ਵੀ ਜਾਂਦੀਆਂ। ਕੈਨੇਡਾ ਨੂੰ ਅਸੀਂ ਆਏ ਅਬ ਮੇਰੇ ਫਿਊਚਰ ਲਈ। ਮੈਂ ਆਪਣੇ ਡੈਡੀ ਨੂੰ ਕਿਹਾ ਕਿ ਰਹਿੰਦੇ ਨੇ, ਕਹਿੰਦੇ ਨਹੀਂ ਤੇਰਾ ਫਿਊਚਰ ਬਣ ਜਾਊਗਾ। ਕੈਨੇਡਾ 'ਚ ਆਏ, ਬੜਾ ਸਟਰਗਲ ਕੀਤਾ, ਹੁਣ ਤੱਕ ਚਾਹ ਰਹੇ ਹਾਂ। 2013 ਤੋਂ ਲੈ ਕੇ ਤਾਂ ਹੁਣ ਤੱਕ 8 ਸਾਲ ਹੋ ਗਏ ਅਤੇ ਹਜੇ ਵੀ ਧੱਕੇ ਖਾਏ ਜਾਂਦੇ। ਪਰ ਆਪਣੀ ਇੱਕ ਹੋਪ ਆ, ਸਾਰੇ ਜਾਣੇ ਦੇਖ ਕੇ ਮੈਨੂੰ ਬਹੁਤ ਖੁਸ਼ ਹੋਇਆ ਕਿ ਸਾਰੇ ਚਾਹੁੰਦੇ ਕਿ PR ਮਿਲਣ ਵਿੱਚ, ਸਿਟੀਜ਼ਨ PR ਵਾਲੇ। ਅਤੇ ਕਈ ਵੇਲੇ ਮੇਰਾ ਦਿਲ ਬਹੁਤ ਟੁੱਟਦਾ ਜਦੋਂ ਦੇਖਦੇ ਹਾਂ ਕਿ ਸਾਰੇ ਆਪਣੇ ਭਰਾ ਇੱਥੇ ਲਾਗੇ ਛਾਗੇ ਜਿਹੜੇ PR ਨਹੀਂ ਆ, ਉਹ ਵੀ ਆਪਣੀ ਉਮੀਦ 'ਤੇ ਆ। ਕਈ ਵੇਲੇ ਰੋਣਾ ਵੀ ਬਹੁਤ ਆਉਂਦਾ ਕਿ ਸਾਰਾ ਕੁਝ ਕੰਮ ਛੱਡ ਕੇ ਆਏ ਆ ਅਤੇ ਇੱਥੇ ਇੱਕ ਨਵੀਂ ਬਿਗਿਨਿੰਗ ਸ਼ੁਰੂ ਕੀਤੀ ਆ। ਅਤੇ ਮੈਂ ਤਾਂ ਆਪਣਾ ਐਕਸਪੀਰੀਅੰਸ ਕਹਿਣਾ ਚਾਹਾਂ, ਬਾਕੀ ਤਾਂ ਸਾਰਿਆਂ ਦਾ ਡਿਫਰੈਂਟ ਆ। ਅਤੇ ਇੱਥੇ ਮੈਂ ਦੇਖਿਆ ਇੱਕ ਗੱਲ ਕਿ ਲੋਕ ਇੱਥੇ ਝੂਠ ਬਹੁਤ ਬੋਲਦੇ ਆ ਅਤੇ ਪਤਾ ਨਹੀਂ ਕਾਹਦੇ ਕਿ ਲੋਕ ਚਾਹੁੰਦੇ ਨੇ PR ਨਹੀਂ ਹੋਣ, ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਰਲ ਬਲ ਕੇ ਬਹਿਣ। ਅਤੇ ਇੱਕ ਗੱਲ ਦੀ ਬਹੁਤ ਮੈਨੂੰ ਦੁੱਖ ਹੋਈ ਕਿ ਜਦੋਂ ਮੇਰੀ ਗ੍ਰੈਜੂਏਸ਼ਨ ਸੀਗਾ, ਕਿਉਂਕਿ ਮੈਂ ਹੁਣ ਯੂਨੀਵਰਸਿਟੀ ਜਾਣਾ ਇੱਕ ਪਹਿਲੇ ਸਾਲ, ਅਤੇ ਜਿਹੜੇ ਮੇਰੇ ਡੈਡੀ ਦੇ ਕੰਮ ਕਰਦੇ ਗਏ ਉਹਨਾਂ ਨੇ ਨਹੀਂ ਜਾਣ ਦਿੱਤਾ, ਕਹਿੰਦੇ ਕਿ ਨਹੀਂ ਤੁਹਾਨੂੰ ਕੰਮ ਕਰਨਾ ਪੈਣਾ। ਕਿ ਉਹਦਾ ਬਹੁਤ ਇਹਦਾ ਹਰਟ ਹੋਇਆ ਕਿ ਇੱਕ ਬੰਦੇ ਇੱਕ ਦਿਨ ਉਹਦਾ ਸਪੈਸ਼ਲ 'ਤੇ ਗ੍ਰੈਜੂਏਟ ਹੋਣਾ ਜਿਹੜਾ ਚਾਹੁੰਦਾ, ਪੇਰੈਂਟਸ ਦੇਖਣ ਸਕਸੈਸ ਇੱਕ ਸਟੂਡੈਂਟ ਦੀ, ਉੱਥੇ ਵੀ ਨਹੀਂ ਜਾਣ ਦਿੱਤਾ ਅਤੇ ਉਹਦਾ ਇੱਕ ਬਹੁਤ ਧੋਖੇ ਲੱਗੇ। ਪਰ ਇੱਥੇ ਚਲੋ 8 ਸਾਲ 'ਚ ਗਲਤ ਧੋਖੇ ਖਾਦੇ ਆ। ਅਤੇ ਮੈਂ ਗੱਲ ਕਹਿਣਾ ਚਾਹੂੰਗਾ ਕਿ ਜੇ ਸਾਰੇ ਆਏ ਆ ਇੱਥੇ ਕਿ ਆਪਾਂ ਨੂੰ ਸਾਰਿਆਂ ਨੂੰ PR ਦਿੱਤੀ ਜਾਵੇ, ਕਿ ਆਪਾਂ ਸਾਰਿਆਂ ਨੂੰ ਟੈਕਸ ਵੀ ਪੇ ਕਰਦੇ ਹਾਂ, ਕੰਮ ਵੀ ਕਰਦੇ ਹਾਂ, ਕਈ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ। ਹੁਣ ਕਈ ਵੇਲੇ ਤਾਂ ਜਦੋਂ ਕਹਿੰਦੇ ਆ ਕਿ 8 ਸਾਲ ਤੋਂ ਇੱਥੇ ਆਏ, ਕਈ ਵੇਲੇ ਸ਼ਰਮ ਵੀ ਆਉਂਦੀ ਕਿ 8 ਸਾਲ ਤੋਂ ਤੁਸੀਂ PR ਹੀ ਨਹੀਂ ਹੋਏ। ਅਤੇ ਹੁਣ ਇੱਕ ਪਹਿਲੇ ਸਾਲ ਮੈਂ ਯੂਨੀਵਰਸਿਟੀ 'ਚ ਜਾ ਰਿਹਾ ਅਤੇ ਇੱਕ ਨੋਰਮਲ ਜੇ ਕੈਨੇਡੀਅਨ ਸਟੂਡੈਂਟ ਇੱਥੇ ਉਹਨਾਂ ਨੂੰ $3000 ਪੇ ਕਰਨੇ ਪੈਂਦੇ ਆ, ਅਤੇ ਜੇ ਤੁਸੀਂ ਇੰਟਰਨੈਸ਼ਨਲ ਤੁਹਾਨੂੰ ਟ੍ਰਿਪਲ ਅਮਾਊਂਟ ਦੇਣੀ ਪੈਂਦੀ ਹੈ, ਸੋ ਤੁਹਾਨੂੰ $9000 ਪੈਂਦੇ ਹੁੰਦੇ। ਪਰ ਮੈਨੂੰ ਸਮਝ ਨਹੀਂ ਲੱਗੀ ਕਿ ਕਾਹਤੇ ਆਪਾਂ ਨੂੰ ਟ੍ਰਿਪਲ ਅਮਾਊਂਟ ਕਹਿੰਦੇ, ਕਿ ਇੰਟੈਲੀਜੈਂਸ ਸੇਮ ਆ, ਬਸ ਕਿਉਂਕਿ ਆਪਾਂ ਇਮੀਗ੍ਰੈਂਟ ਆਪਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਆ। ਸੋ ਮੈਨੂੰ ਇੱਕ ਹੀ ਰਿਕੁਐਸਟ ਆ ਕਿ ਸਾਰਿਆਂ ਨੂੰ PR ਮਿਲਣ, ਕਿ ਸਾਰੇ ਇਕੁਅਲ ਮਿਲ ਜਾਣ। ਲੋਕਾਂ ਦੀ ਬਹੁਤ ਜ਼ਿੰਦਗੀਆਂ ਸੌਖੀਆਂ ਹੋ ਜਾਣੀਆਂ, ਲੋਕਾਂ ਨੂੰ ਇਹਦਾ ਗੱਲਾਂ ਨਹੀਂ ਸੁਣਨੀਆਂ ਪੈਣੀਆਂ ਕੰਮ 'ਤੇ, ਕਿਉਂਕਿ ਲੋਕ ਐਡਵਾਂਟੇਜ ਵੀ ਬਹੁਤ ਲੈਂਦੇ ਆ। ਕੋਈ ਬੰਦਾ ਵਰਕ ਪਰਮਿਟ 'ਤੇ ਆ ਕਿ ਉਹਨੂੰ ਸੈਟਰਡੇ ਸੰਡੇ ਬੁਲਾ ਲੈਂਦੇ ਆ ਕਿ ਉਹਨੇ ਹਾਂ ਹੀ ਕਹਿਣੀ, ਉੱਥੇ ਸਟਕ ਹੋਇਆ। ਸੋ ਜੇ ਸਾਰੇ ਜਾਣੇ PR ਹੋ ਜਾਣਗੇ, ਇੱਕ ਵਾਰੀ ਸਾਰੇ ਇਕੁਅਲ ਹੋ ਜੂਗੇ ਅਤੇ ਸਾਰੇ ਰਲ ਮਿਲ ਕੇ ਰਹਿਣਗੇ। ਬਸ ਮੈਂ ਇਹੀ ਗੱਲ ਕਹਿਣੀ ਚਾਹੁੰਦੀ ਹਾਂ। ਅਤੇ ਆਹ ਦੇਖ ਕੇ ਮੈਨੂੰ ਬਹੁਤ ਖੁਸ਼ ਹੋਇਆ ਅਤੇ ਆਪਾਂ ਹੁਣ ਇੱਥੇ ਤੱਕ ਹੀ ਲੱਗੀ ਰਹਿਣਾ ਅਤੇ ਹੁਣ PR ਲੈ ਕੇ ਹਟਾਂਗੇ। ਥੈਂਕ ਯੂ ਜੀ। ਹਾਈ ਆਮ ਸਮਰ। ਮੈਂ ਇੱਥੇ 2018 ਦੇ ਵਿੱਚ ਆਪਦੀ ਫੈਮਿਲੀ ਨਾਲ ਆਈ ਸੀ ਅਤੇ ਅਸੀਂ ਇਟਲੀ ਤੋਂ ਮੂਵ ਹੋਏ ਸੀਗੇ ਬਿਕੋਜ਼ ਇੱਥੇ ਸਟੱਡੀਜ਼ ਲਾਈਕ ਵਧੀਆ ਨੇ ਅਤੇ ਮੇਰੇ ਪੇਰੈਂਟਸ ਕਹਿੰਦੇ ਕਿ ਇੱਥੇ ਕੰਮ ਵੀ ਬਹੁਤ ਵਧੀਆ ਮਿਲਦੇ ਨੇ, ਤਾਂ ਅਸੀਂ ਇੱਥੇ ਮੂਵ ਹੋ ਗਏ। ਬਟ ਹੁਣ ਇੱਥੇ ਆ ਕੇ ਮੇਰਾ ਹਾਈ ਸਕੂਲ ਫਿਨਿਸ਼ ਕੀਤਾ ਆ ਮੈਂ ਇਸ ਸਮਰ ਦੇ ਵਿੱਚ,
ਤਾਂ ਮੈਂ ਸਪਟੈਂਬਰ ਦੇ ਵਿੱਚ ਯੂਨੀਵਰਸਿਟੀ ਜਾਣਾ ਸੀਗਾ, ਪਰ ਅਸੀਂ ਅਫੋਰਡ ਨਹੀਂ ਕਰ ਸਕਦੇ ਸੀ ਕਿਉਂਕਿ ਟਿਊਸ਼ਨਸ ਬਹੁਤ ਨੇ, ਫੀਸਿਸ ਬਹੁਤ ਜ਼ਿਆਦਾ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ। ਤਾਂ ਫਿਰ ਹੁਣ ਹਜੇ ਮੈਂ ਗੈਪ ਪਾ ਕੇ ਫਿਰ ਬਾਅਦ ਵਿੱਚ ਜਾਣਾ ਆ, ਬਟ ਹੁਣ ਮੈਨੂੰ ਵਰਕ ਕਰਨ ਦੇ ਲਈ ਮੈਂ ਅਲਾਉ ਨਹੀਂ ਗੀ ਕਿ ਮੈਂ ਇੱਦਾਂ ਵੀ ਨਹੀਂ ਆ ਵੀ ਮੈਂ ਆਪਦੀ ਫੀਸਿਸ ਲਾਈਕ ਕੰਮ ਕਰਕੇ ਮੈਂ ਇਕੱਠੀਆਂ ਕਰ ਲਵਾਂ, ਅਤੇ ਸਾਡੀ ਫੀਸਿਸ ਬਹੁਤ ਜ਼ਿਆਦਾ ਆ। ਅਤੇ ਮੇਰੇ ਮੋਮ ਡੈਡ ਲਾਈਕ ਕੰਮ ਕਰਦੇ ਆ ਦੋਨੋਂ ਜਾਣੇ, ਪਰ ਮੰਮਾ ਕੰਮ ਤੋਂ ਵੀ ਛੁੱਟੀ ਨਹੀਂ ਲੈਣ ਦੇਗੇ ਕਿਉਂਕਿ ਕਹਿੰਦੇ ਆ ਕਿ ਉਹ ਸਾਡੇ ਗਾਂ ਪੇਪਰ ਦੇ ਵਿੱਚ ਕੁਛ ਪ੍ਰੋਬਲਮ ਨਾ ਪੈ ਜਾਵੇ। ਮੰਮਾ ਮੇਰੇ ਸਿੱਖ ਕਾਲ ਵੀ ਨਹੀਂ ਕਰਦੇ ਕਿਉਂਕਿ ਕਹਿਣਗੇ ਕਿ ਗਾਂ ਸਾਡੇ PR ਦੇ ਲਈ ਸਾਨੂੰ ਪ੍ਰੋਬਲਮਸ ਆਉਣੀਆਂ, ਅਤੇ ਕੋਈ ਛੁੱਟੀ ਕਰਨੀ ਹੋਵੇ ਉਹਦੇ ਲਈ ਵੀ ਸਾਰੇ ਪਹਿਲਾਂ ਸੋਚਣਾ ਪੈਂਦਾ ਆ, ਅਤੇ ਸਕੂਲ ਕਾਲਜ ਇਸ ਦੇ ਲਈ ਹੁਣ ਉਹ ਵੀ ਦੇਖਣਾ ਪੈਂਦਾ ਕਿ ਕਿਹੜਾ ਵਾਲਾ ਅਫੋਰਡ ਕਰ ਸਕਦੇ ਹਾਂ। ਅਤੇ ਇੱਥੇ ਹੁਣ ਇੱਦਾਂ ਵੀ ਆ ਕਿ ਸਟੱਡੀਜ਼ ਲਾਈਕ ਸਾਰੀਆਂ ਕਰ ਤਾਂ ਸਕਦੇ ਹਾਂ, ਅਫੋਰਡ ਵੀ ਕਰ ਲਵਾਂਗੇ, ਬਟ ਬਾਅਦ ਦੇ ਵਿੱਚ PR ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦੇ ਵਧੀਆ। ਬਿਕਾਜ਼ ਮੈਂ ਕਰਨਾ ਸੀਗਾ ਸੋਸ਼ਲ ਵਰਕਰਸ ਦਾ ਐਂਡ ਪੁਲਿਸ ਦੇ ਵਿੱਚ ਮੈਨੂੰ ਜਾਣਾ ਪਸੰਦ ਸੀਗਾ, ਪਰ ਮੈਂ ਉਹ ਕਰ ਨਹੀਂ ਸਕਦੀ ਬਿਕੋਜ਼ ਮੇਰੇ ਕੋਲ PR ਹੈ ਨਹੀਂ ਗੀ। ਮੈਂ ਉੱਦਾਂ ਦੇ ਹਜੇ ਕੰਮ ਕਰਨੇ ਅਲਾਉ ਨਹੀਂ ਗਾ ਮੈਨੂੰ, ਤਾਂ ਮੈਨੂੰ ਕੋਈ ਥੋੜ੍ਹੇ ਸੌਖੇ ਜਿਹੇ ਵਾਲੇ ਜਿਹੜੇ ਆਪਾਂ ਕੰਮ ਉੱਦਾਂ ਕਰ ਸਕਦੇ ਹਾਂ ਵਰਕ ਪਰਮਿਟ 'ਤੇ, ਉਹ ਵਾਲਾ ਪਹਿਲਾਂ ਦੇਖਣਾ ਪੈਣਾ ਆ। ਅਤੇ ਮੈਂ ਹੋਪ ਕਰਦੀ ਹਾਂ ਕਿ ਸਾਰਿਆਂ ਨੂੰ ਪਹਿਲਾਂ PR ਛੇਤੀ ਮਿਲ ਜਾਵੇ, ਗੌਰਮੈਂਟ ਸਾਡੀ ਸੁਣੇ ਅਤੇ PR ਦੇ ਦੇਵੇ, ਤਾਂ ਕਿ ਬਾਕੀ ਜਿਹੜੇ ਫਿਊਚਰ ਦੇ ਵਿੱਚ ਨਿਆਣੇ ਆਉਣਾ ਆ ਸਾਰਿਆਂ ਦੇ ਲਈ ਸੌਖਾ ਹੋ ਜਾਵੇ ਅਤੇ ਵਧੀਆ ਜੋਬਾਂ ਮਿਲ ਜਾਣ ਸਾਰਿਆਂ ਨੂੰ। ਥੈਂਕ ਯੂ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਫਿਊਚਰ, ਸਾਡਾ ਭਵਿੱਖ ਇਹ ਬੱਚੇ ਆ, ਅਤੇ ਫਿਰ ਕਿੱਥੇ ਇਹਨਾਂ ਬੱਚਿਆਂ 'ਚ ਤੁਹਾਨੂੰ ਭਵਿੱਖ ਦੀਦਾ ਕਿਤੇ? ਸੋ ਬੇਸ਼ੱਕ ਸਟੈਂਡਿੰਗ ਕਮੇਟੀ ਨੇ ਇਹ ਮੁੱਦਾ ਚੱਕਿਆ ਸੀ, 2 ਘੰਟੇ 5 ਮਿੰਟ ਪਾਰਲੀਮੈਂਟ ਦੇ ਉੱਤੇ ਇਸ ਮੁੱਦੇ ਦੇ ਉੱਤੇ ਡਿਬੇਟ ਹੋਈ ਸੀ। 90,000 ਲੋਕਾਂ ਦੀਆਂ ਪਹਿਲਾਂ ਜਿਹੜੀਆਂ ਐਪਲੀਕੇਸ਼ਨਸ ਨਿਕਲੀਆਂ ਸੀ, ਬਹੁਤ ਸਾਰੇ ਲੋਕ ਉਹਦੇ ਵਿੱਚ ਚਲੇ ਵੀ ਗਏ ਸੀ, ਪਰ ਇਹਨਾਂ ਲੋਕਾਂ 'ਚੋਂ ਬਹੁਤ ਘੱਟ ਗਏ ਸੀ ਕਿਉਂਕਿ ਕਈ ਲੋਕ ਇਹੋ ਜਿਹੇ ਆ ਜਿਹੜੇ ਕੰਮਾਂ ਕਾਰਾਂ 'ਤੇ ਕਰਦੇ ਸੀ, ਪਰ ਉਹ ਇੱਕ ਚਿੱਠੀ ਨਹੀਂ ਲੈ ਸਕੇ। ਕੰਮ ਵਾਲਿਆਂ ਨੇ ਇੱਕ ਚਿੱਠੀ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ ਚਿੱਠੀ? ਕਿਉਂਕਿ ਸਾਨੂੰ ਚਾਹੀਦਾ ਕੀ ਆ ਜੀਣ ਲਈ? ਸਿਰ 'ਤੇ ਛੱਤ, 2 ਵਕਤ ਦੀ ਰੋਟੀ ਅਤੇ ਤਨ 'ਤੇ ਕੱਪੜਾ। ਪਰ ਅਸੀਂ ਕਿਉਂ ਇੰਨੇ ਲਾਲਚੀ ਹੋ ਗਏ ਹਾਂ ਕਿ ਇੱਕ ਚਿੱਠੀ ਦੇਣ ਲਈ ਅਸੀਂ $25,000 ਤੋਂ $30,000 ਮੰਗਦੇ ਹਾਂ? ਨਹੀਂ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਸੋ ਬਹੁਤੇ ਲੋਕ ਜਿਹੜੇ ਸਿਰਫ ਆਪਣੇ ਕੰਮ ਤੋਂ ਇੱਕ ਚਿੱਠੀ ਕਰਕੇ ਨਹੀਂ ਇਸ ਫਾਈਲ ਦੇ ਵਿੱਚ ਆਪਣਾ ਨਾਂ ਪਾ ਸਕੇ। ਸੋ ਅਸੀਂ ਚਾਹੁੰਦੇ ਹਾਂ, ਇਹ ਸਟੈਂਡਿੰਗ ਕਮੇਟੀ ਨੇ ਮੁੱਦਾ ਚੱਕਿਆ ਸੀ। ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਬੜਾ ਸਤਿਕਾਰ ਆ ਉਹਨਾਂ ਦਾ, ਜਿਨ੍ਹਾਂ ਨੇ ਇਸ ਆਵਾਜ਼ ਨੂੰ ਹੋਰ ਬੁਲੰਦ ਕੀਤਾ ਸੀ। 2 ਘੰਟੇ 5 ਮਿੰਟ ਦੀ ਇਸ ਡਿਬੇਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਬਿਨਾਂ ਕਿਸੇ ਕੰਡੀਸ਼ਨ ਪੱਕਿਆ ਕੀਤਾ ਜਾਵੇਗਾ। ਕਹਿ ਤੇ ਦਿੱਤਾ ਸੀ, ਉਹ ਕਾਨੂੰਨ ਘਾੜੇ ਸੀ, ਉਹਨਾਂ ਨੇ ਕਾਨੂੰਨ ਤੇ ਬਣਾ ਦਿੱਤਾ ਸੀ, ਪਰ ਇੰਪਲੀਮੈਂਟ ਹੱਲੇ ਹੋਇਆ ਨਹੀਂ। ਸੋ ਸਾਡਾ ਅੱਜ ਦਾ ਇਕੱਠ ਇਹੀ ਆ ਕਿ ਅਸੀਂ ਸਾਈਨ ਕੀਤੇ ਆ, ਇੱਥੇ ਵੋਲੰਟੀਅਰ ਸਾਈਨ ਕਰ ਰਹੇ ਹੈਗੇ ਆ, ਕਰਵਾ ਰਹੇ ਆ, ਕਿ ਅਸੀਂ ਦੱਸ ਸਕੀਏ ਕਿ ਤੁਸੀਂ ਕਹਿ ਤੇ ਦਿੱਤਾ ਸਟੈਂਡਿੰਗ ਕਮੇਟੀ ਦੇ ਵਿੱਚ। 2 ਘੰਟੇ 5 ਮਿੰਟ ਬਹਿਸ ਵੀ ਹੋ ਗਈ ਇਸ ਮੁੱਦੇ ਦੇ ਉੱਤੇ, ਪਰ ਇਹਦੇ 'ਤੇ ਕੰਮ ਕਦੋਂ ਕਰਨਾ? ਅਸੀਂ ਜਾਣਦੇ ਹਾਂ ਕਿ ਹੁਣ ਇਲੈਕਸ਼ਨਸ ਆ ਰਹੀਆਂ, ਹੁਣ ਤਾਂ ਕੋਈ ਕੰਮ ਹੋਣਾ ਨਹੀਂ, ਬੇਸ਼ੱਕ 2 ਮਹੀਨੇ ਜਾਂ 3 ਮਹੀਨੇ ਆ, ਪਰ ਸਾਡੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਜਾਊਗੀ ਤਾਂ ਹੀ ਆ। ਕਿਉਂਕਿ ਅਸੀਂ ਹੁਣ ਚੁੱਪ ਕਰਕੇ ਤੇ ਬਹਿ ਨਹੀਂ ਸਕਦੇ ਕਿ ਠੀਕ ਹੈ ਉਹਨਾਂ ਨੇ ਕਹਿ ਦਿੱਤਾ ਇਹਦੇ 'ਤੇ ਅਸਰ ਹੋਊਗਾ, ਪਰ ਕਰਨ ਵੀ ਨਾ, ਠੰਡੇ ਬਕਸੇ 'ਚ ਪਾ ਕੇ ਰੱਖਣ ਦੀ ਲੋੜ ਨਹੀਂ। ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਜਿਹੜੇ ਸਾਲ ਆ ਮਰ ਰਹੇ ਆ, ਸਟੱਡੀ ਕਰ ਨਹੀਂ ਸਕਦੇ ਉਹ ਬੱਚੇ। ਪਤਾ ਨਹੀਂ 2-3 ਪਰਿਵਾਰ ਆ, ਖੈਰ ਬਹੁਤ ਇਮੋਸ਼ਨਲ ਉਹਨਾਂ ਦੀਆਂ ਸਟੋਰੀਆਂ। ਕਹਿੰਦੇ ਪਤਾ ਨਹੀਂ ਸਾਡੇ ਪਰਿਵਾਰ 'ਚੋਂ ਕਿੰਨੇ ਜੀ ਪਿੱਛੋਂ ਚਲੇ ਗਏ, ਅਸੀਂ ਅੱਜ ਤੱਕ ਮੁੜੇ ਹੀ ਨਹੀਂ। ਮੈਂ ਕਿਹਾ ਜੀ ਕਿੰਨੇ ਕੁ ਸਾਲ ਹੋ ਗਏ? ਕਹਿੰਦੇ 25 ਕੁ ਸਾਲ ਹੋ ਗਏ। ਅਸੀਂ 1 ਸਾਲ ਜਾਂ 2 ਸਾਲ ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲੀਏ ਜਾਂ ਨਾ ਪਿੱਛੇ ਆਪਣੇ ਪਿੰਡ ਗੇੜਾ ਲਾਈਏ ਤੇ ਲੱਗਦਾ ਪਤਾ ਨਹੀਂ ਕਿੰਨੇ ਵਰੇ ਹੋ ਗਏ। ਤੇ ਮੈਂ ਸੋਚਿਆ 25 ਸਾਲ ਜ਼ਿੰਦਗੀ ਦੇ ਇਹਨਾਂ ਦੇ ਉਹ ਭਰਪਾਈ ਕਿਵੇਂ ਹੋਵੇਗੀ? ਕਿੰਨੇ ਲੋਕ ਪਿੱਛੋਂ ਪਰਿਵਾਰ 'ਚੋਂ ਚਲੇ ਗਏ। ਕੋਵਿਡ ਨੇ ਬਹੁਤ ਕੁਝ ਸਿਖਾਇਆ ਸਾਨੂੰ। ਸੋ ਅਸੀਂ ਰਲ ਕੇ ਬਹੁਤ ਸਾਰੇ ਅੱਜ ਇੱਥੇ ਕੈਨੇਡੀਅਨ ਸਿਟੀਜ਼ਨ PRs ਲੋਕ ਇੱਥੇ ਪਹੁੰਚੇ ਹੋਏ ਆ, ਸਾਰਿਆਂ ਦਾ ਧੰਨਵਾਦ ਦਿਲੋਂ ਕਰਦੇ ਆ ਕਿ ਤੁਸੀਂ ਇਹਨਾਂ ਦਾ ਦਰਦ ਮਹਿਸੂਸ ਕਰਦੇ ਅੱਜ ਇੱਥੇ ਪਹੁੰਚੇ ਆ। ਸੋ ਤੁਹਾਡੀ ਆਵਾਜ਼ ਹੀ ਇਹਨਾਂ ਦੀ ਆਵਾਜ਼ ਬਣ ਕੇ ਅੱਗੇ ਤੱਕ ਜਾਵੇਗੀ। ਬੱਚਾ ਰੋਬਿਨ ਸੰਘਾ ਕੁਝ ਕਹਿਣਾ ਚਾਹੁੰਦਾ ਆ। ਜੀ ਬੱਚੇ।
First of all, I just want to say thank you because all you guys came here from your busy schedule and becoming a part of this in our journey to become a permanent resident. So we came here like a few years ago, and I went to high school here. But we have faced so many problems here, and I think everyone who just migrated to this country have faced so many problems, and everyone have their different problems. But we all have one solution, that we all wanted to get a permanent resident. And I was 18 years old when I came here, and I went to high school, but unfortunately I have not enough credit to do my graduation at there. And then those guys had to send me at adult high school. So at adult high school, everyone was studying there without any no cost, but I have to pay $900 for each course, and only my dad has a work permit, and only he's officially can work. And it was really hard for me to do my all graduation, and I was paying $900 per course. Yeah, so and after that, cause of some reasons, I don't know, but my dad employer, he refused to give us checks, and that's why we were not even able to apply for our permanent residence. But yeah, and then after that, few months later, and my mom's passed away, my nanny passed away, but we didn't even have papers so we can go back and see them. And it was a really hard time for everyone, for us. And we all know every year Canadian government or all multinational company brings immigrant to here, and there are so many immigrants there who were living here from a really long time, and those immigrants are paying tax and all other duties that other people are paying, but we are not getting any official benefits for it. For example, when I was in high school and I was about to complete my graduation, and I was able to get my high school graduation thing, and so for that they said that I'm not eligible to get it because I'm not permanent resident. And now I wanted to go to university, but unfortunately we can't afford it because we are not permanent residents, and we have to pay international student fees, which is way more than the students that are here. All I want to say is we are asking that everyone who's here and struggling for a long time, they should get a permanent residence so we can also help this country to grow and we can pay taxes. Thank you, and thanks for giving your time here. ਸੋ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਇੱਥੇ ਤੇ ਆਮ ਆਪਣੇ ਜਿਹੜੇ ਵਰਕਰ ਨੇ ਤੇ ਜਾਂ ਇੱਥੋਂ ਦੇ ਵਸਿੰਦੇ ਨੇ ਉਹ ਪਹੁੰਚੇ ਨੇ, ਉਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਆਇਆ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਮੈਂ ਆਪਣੀ ਇੱਕ ਮਿੱਥਿਆ ਸ਼ੇਅਰ ਕਰਨੀ ਚਾਹੁੰਦਾ, ਜੇ ਕਿ ਮੇਰੀ ਨਹੀਂ ਹੋਊਗੀ, ਉਹ ਸਾਰਿਆਂ ਦੀ ਉਸ ਦੇ ਵਿੱਚ ਵਿਚਰ ਰਹੇ ਨੇ ਇਸ ਸਿਸਟਮ ਦੇ ਵਿੱਚ। ਮੈਨੂੰ 5-6 ਸਾਲ ਹੋ ਗਏ ਇੱਥੇ ਆਏ ਨੂੰ। ਪਹਿਲਾਂ ਫਾਰਮ ਦਾ ਵਰਕ ਪਰਮਿਟ ਲਿਆ ਸੀ। ਫਾਰਮ ਦਾ ਵਰਕ ਪਰਮਿਟ ਤੁਹਾਨੂੰ ਪਤਾ ਹੀ ਆ, ਆਪ ਜੀ ਨੂੰ, ਮੀਡੀਆ ਨੂੰ ਵੀ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਮਿਲਦਾ ਵਾ। ਉਹਦਾ ਵਿੱਚ ਮੈਨੂੰ 1 ਸਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। 6 ਮਹੀਨੇ ਦੀ ਮੈਨੂੰ ਪੇ ਦਿੱਤੀ ਗਈ। 6 ਮਹੀਨੇ ਬਾਅਦ 'ਚ ਮੇਰੀ ਪੇ ਵੀ ਨਹੀਂ ਦਿੱਤੀ ਉਹਨਾਂ ਨੇ। ਅਤੇ ਮੈਂ ਆਪਦੇ ਜਾਣਕਾਰ ਰਾਹੀਂ ਮੈਂ ਇੰਪਲੋਇਮੈਂਟ ਸਟੈਂਡਰਡ ਦੇ ਵਿੱਚ ਗਿਆ, ਕਾਲ ਕੀਤੀ ਉਹਨਾਂ ਲੇਬਰ ਦੇ ਵਿੱਚ, ਅਤੇ ਆਫਿਸਰਾਂ ਨੂੰ ਉਹਨਾਂ ਨੇ ਬੁਲਾ ਲਿਆ, ਉਹਨਾਂ ਨੂੰ ਬੁਲਾ ਲਿਆ ਅਤੇ ਮੈਨੂੰ ਵੀ ਬੁਲਾ ਲਿਆ। ਅਤੇ ਕੁੱਲ ਮਿਲਾ ਕੇ ਉਹ ਕਹਿੰਦੇ ਜੀ ਮੈਂ ਕੰਮ ਦੇ ਨਹੀਂ ਸਕਦਾ, ਮੇਰੇ ਕੋਲ ਕੰਮ ਹੈ ਨਹੀਂ ਗਾ। ਉਹਨਾਂ ਨੇ ਸਾਡੀ ਸੈਟਲਮੈਂਟ ਐਗਰੀਮੈਂਟ ਮੇਰਾ $497 'ਚ ਕਰਾਤਾ। 6 ਮਹੀਨਿਆਂ ਦੀ ਪੇ ਮੈਨੂੰ $497 ਮਿਲੀ ਆ ਜੀ। ਉਹਦਾ ਚੈੱਕ ਆ ਮੇਰੇ ਕੋਲ ਇਸ ਟਾਈਮ, ਅਤੇ ਸੈਟਲਮੈਂਟ ਐਗਰੀਮੈਂਟ ਮੇਰੇ ਕੋਲ ਆ। 6 ਮਹੀਨਿਆਂ ਦੀ ਪੇ $497। ਮੈਂ ਕਿਹਾ ਜੀ ਇਹ ਤਾਂ ਬਹੁਤ ਘੱਟ ਆ, ਵੀ ਮੈਨੂੰ ਤਾਂ ਇਹਦੇ ਨਾਲ ਤਾਂ ਕੁਛ ਵੀ ਨਹੀਂ ਬਣਨਾ। ਮੈਂ ਕਿਹਾ ਵੀ ਮੈਨੂੰ ਦੱਸੋ ਮੈਂ ਕੀ ਕਰਾਂ ਹੁਣ। ਉਹ ਕਹਿੰਦੇ ਵੀ ਤੂੰ ਲੇਬਰ ਕੋਰਟ ਜਾ ਸਕਦਾ। ਮੈਂ ਕਿਹਾ ਮੈਂ ਕੋਰਟ ਕਿਵੇਂ ਜਾਵਾਂ, ਹਾਂ ਵਕੀਲ ਕਰਨੇ ਪੈਣਗੇ, ਖਰਚੇ ਬਹੁਤ ਜ਼ਿਆਦਾ ਪੈ ਜਾਂਦੇ ਨੇ। ਸੋ ਚੁੱਪ ਕਰਕੇ ਬਹਿ ਗਏ। ਜੇ ਉਹ ਮੈਨੂੰ ਸਾਲ ਦਾ ਚੈੱਕ ਮਿਲਦੇ ਹੁੰਦੇ ਤਾਂ ਮੇਰੀ ਆਹ ਜਿਹੜੀ 90,000 ਦੇ ਵਿੱਚ ਮੇਰੀ ਫਾਈਲ ਲੱਗ ਜਾਣੀ ਸੀ ਅਤੇ PR ਹੋ ਜਾਣਾ ਸੀਗਾ। ਉਸ ਤੋਂ ਬਾਅਦ ਚਲੋ ਸਮਾਂ ਬੀਤ ਗਿਆ, ਫਿਰ ਲੰਘੇ 2 ਸਾਲ ਉਸ ਤਰ੍ਹਾਂ ਹੀ। ਫਿਰ ਵਰਕ ਪਰਮਿਟ ਖਤਮ ਹੋ ਗਿਆ ਤਾਂ ਦੁਬਾਰਾ ਮੈਂ ਲਿਆ ਰੀਵਾਰ ਦਾ, ਹੁਣ ਕੰਸਟਰਕਸ਼ਨ ਸਾਈਟ ਦਾ, ਅਤੇ ਮੇਰੀ LMI ਅਪਰੂਵ ਕੀਤੀ ਆ ਆਫਿਸਰ ਨੇ $32.61 ਘੰਟੇ ਦੀ। ਅਤੇ ਉਹ ਤਾਂ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈਗਾ ਵੀ $32.61 ਤਾਂ ਕੋਈ ਦੇ ਨਹੀਂ ਸਕਦਾ, ਨਾ ਕਿ ਮਾਲਕ ਵੀ ਨਹੀਂ ਦੇ ਸਕਦਾ। ਮੈਨੂੰ ਪੇ ਮਿਲਦੀ ਆ $16 ਅਤੇ ਟੈਕਸ ਮੈਂ $32.61 ਦਾ ਦਿੰਦਾ ਜੀ। ਅਤੇ ਮੇਰੇ 1600 ਮਹੀਨੇ ਦਾ ਟੈਕਸ ਚਲੇ ਜਾਂਦਾ, 1250 ਰੈਂਟ ਚਲੇ ਜਾਂਦਾ, 2850, 3000 ਮੇਰੇ ਬਣਦੇ ਨੇ ਮੇਰੇ ਘੰਟੇ ਦੇ, ਮਤਲਬ $150 ਰੁਪਈਆ ਮੇਰੇ ਪੱਲੇ ਰਹਿ ਜਾਂਦਾ। ਉਹ 'ਚ ਦੇਖ ਲਓ ਤੁਸੀਂ ਵੀ ਗਰੋਸਰੀ ਲੈ ਕੇ ਆਈਏ ਅਤੇ ਕੀ ਲੈ ਕੇ ਆਈਏ ਅਤੇ ਕੀ ਛੱਡੀਏ, ਹੈ ਨਾ। ਸੋ ਅਸੀਂ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਕਹਿੰਦੇ ਬਹੁਤ ਵਧੀਆ, ਪਰ ਸਾਡਾ ਜ਼ਰੂਰ ਧਿਆਨ ਰੱਖਿਆ ਜਾਵੇ। ਇਹਨਾਂ ਨੇ
ਸਰਕਾਰਾਂ ਨੇ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਿਆ, ਬਹੁਤ ਖੁਸ਼ ਹਾਂ ਅਸੀਂ। ਅਫਗਾਨਿਸਤਾਨ ਤੋਂ ਲੈ ਕੇ ਆਉਂਦੇ, ਸੀਰੀਆ ਤੋਂ ਲੈ ਕੇ ਆਉਂਦੇ ਨੇ, ਬਹੁਤ ਵਧੀਆ, ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ। ਪਰ ਕੀ ਸਾਨੂੰ ਵੀ ਤਰਸ ਦੇ ਆਧਾਰ ਤੇ ਪੱਕਾ ਕੀਤਾ ਜਾ ਸਕਦਾ? ਸਾਡੇ ਤੇ ਨਹੀਂ ਤਰਸ ਆ ਸਕਦਾ ਸਰਕਾਰਾਂ ਨੂੰ? ਕਿਉਂ ਨਹੀਂ? ਸਾਡੇ ਵਾਸਤੇ ਆਈਲੈਟਸ ਕਿਉਂ ਜ਼ਰੂਰੀ ਆ? ਜਿਹੜੇ ਸੀਰੀਆ ਤੋਂ ਜਾਂ ਅਫਗਾਨਿਸਤਾਨ ਤੋਂ ਆ ਰਹੇ ਨੇ, ਕੀ ਉਹ ਆਈਲੈਟਸ ਕਰਕੇ ਆ ਰਹੇ ਨੇ? ਉਹ ਨਹੀਂ ਵਿਚ ਰਹੇ ਇੱਥੇ, ਉਹ ਵੀ ਇੱਥੇ ਕੰਮ ਕਰ ਰਹੇ, ਜੋਬਾਂ ਕਰ ਰਹੇ ਨੇ। ਸੋ ਮੇਰੀ ਆਪ ਜੀ ਦੇ ਮਾਧਿਅਮ ਰਾਹੀਂ, ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਦਰਖਾਸਤ ਆ, ਬੇਨਤੀ ਆ ਕਿ ਜਿਹੜੀ ਮੇਰੀ ਸਟੋਰੀ ਆ, ਹੋ ਸਕਦਾ ਮੈਨੂੰ ਲੱਗਦਾ 90% ਤੋਂ ਉੱਪਰ ਸਾਰੇ ਵੀਰਾਂ ਭੈਣਾਂ ਦੀ ਇਹ ਸਟੋਰੀ ਹੋਊਗੀ। ਜੇ ਸਰਕਾਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਹਾਂ ਨਾਅਰਾ ਮਾਰ ਸਕਦੀ ਆ, ਤਾਂ ਅਸੀਂ ਵੀ ਤਾਂ ਉਹਨਾਂ ਦੇ ਧੀਆਂ ਪੁੱਤੀ ਆ। ਸਾਡੇ ਬਾਰੇ ਅਸੀਂ ਇੱਥੇ ਬੈਠੇ ਆ, ਸਾਡੀ ਕਿਉਂ ਨਹੀਂ ਸੁਣਵਾਈ ਹੋ ਰਹੀ? ਕਿੰਨੇ ਸਾਲ ਹੋ ਗਏ ਸਾਨੂੰ ਰੈਲੀਆਂ ਧਰਨੇ ਕਰਦਿਆਂ ਨੂੰ, ਸ਼ਾਂਤਮਈ ਰਹਿ ਕੇ ਅਸੀਂ ਸਾਰਾ ਕੁਝ ਕੀਤਾ ਹੈਗਾ, ਪ੍ਰੋਟੈਸਟ ਕਰਦੇ ਹਾਂ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਦੇ ਹੈਗੇ। ਟਰੂਡੋ ਸਰਕਾਰ ਦੇ ਫੈਨ ਆ, ਅਸੀਂ ਸਪੋਰਟ ਆ ਇਹਨਾਂ ਦੀ, ਅਸੀਂ ਕਰਦੇ ਹਾਂ ਪੂਰੀ, ਚਾਹੇ ਵੋਟ ਸਾਡੀ ਨਹੀਂ ਹੈਗੀ, ਸਪੋਰਟ ਅਸੀਂ ਪੂਰੀ ਕਰਦੇ ਹਾਂ ਪਹਿਲੇ ਦਿਨ ਤੋਂ ਹੀ। ਸੋ ਆਪ ਜੀ ਦੇ ਮਾਧਿਅਮ ਰਾਹੀਂ ਮੇਰੀ ਦੁਬਾਰਾ ਫੇਰ ਬੇਨਤੀ ਆ ਸਰਕਾਰ ਨੂੰ, ਗੌਰਮੈਂਟ ਨੂੰ ਤੇ ਇੱਥੋਂ ਦੇ ਸਿਸਟਮ ਨੂੰ ਕਿ ਸਾਨੂੰ ਵੀ ਤਰਸ ਦੇ ਆਧਾਰ ਤੇ ਬਿਨਾਂ ਕਿਸੇ ਆਈਲੈਟਸ ਤੋਂ ਪੱਕਾ ਕੀਤਾ ਜਾਵੇ। ਤੇ ਇੱਕ ਮੇਨ ਗੱਲ ਆ ਜਿਹੜੀ 295 ਨੰਬਰ ਰੂਮ ਦੇ ਵਿੱਚ 26 ਅਪ੍ਰੈਲ ਨੂੰ ਜੋ ਫੈਸਲਾ ਹੋਇਆ ਹੈਗਾ, ਉਹਦੇ ਵਿੱਚ ਚਰਚਾ ਹੋਈ ਆ, ਸਾਰੇ ਪਾਰਲੀਮੈਂਟ ਮੈਂਬਰਾਂ ਨੇ ਇਸ ਹੱਕ ਦੇ ਵਿੱਚ ਹੀ ਕੀਤਾ ਕਿ ਹਾਂ ਇਹਨਾਂ ਦਾ ਜ਼ਰੂਰ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ। ਸੋ ਸਾਡੀ ਅੱਜ ਦੀ ਮੇਨ ਮਕਸਦ ਸਾਡਾ ਇਹੀ ਆ ਕਿ ਉਹਨੂੰ ਲਾਗੂ ਕੀਤਾ ਜਾਵੇ, ਹੋਰ ਅਸੀਂ ਕੁਝ ਵੀ ਨਹੀਂ ਮੰਗਦੇ। ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਜ ਕਾ ਕਿਸੇ ਦੇ ਖਿਲਾਫ ਵੱਧ ਘੱਟ ਸ਼ਬਦ ਬੋਲਿਆ ਗਿਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸ਼ਮਸ਼ੇਰ ਸਿੰਘ ਬੜੇ ਜ਼ਿੰਦਾ ਦਿਲ ਇਨਸਾਨ ਆ। ਇਹਨਾਂ ਨੂੰ ਜਦੋਂ ਮੈਂ ਪਹਿਲੀ ਵਾਰ ਮਿਲੀ, ਕਹਿੰਦੇ ਸੀਰੀਅਸ ਹੋ ਕੇ ਨਹੀਂ ਗੱਲ ਕਰਨੀ ਚਾਹੀਦੀ, ਥੋੜ੍ਹਾ ਬਹੁਤਾ ਹਾਸਾ ਵੀ ਹੋਣਾ ਚਾਹੀਦਾ। ਮੈਂ ਕਿਹਾ ਜੀ ਸਪੀਚ ਜੇ ਤੁਸੀਂ ਥੋੜ੍ਹੀ, ਕਹਿੰਦੇ ਕੱਢ ਦਿਆਂਗੇ ਚਿੱਬ, ਤਾਂ ਹੁਣ ਤੁਸੀਂ ਦੱਸੋ ਵੀ ਕੱਢੇ ਚਿੱਬ ਕਿ ਨਹੀਂ ਕੱਢੇ। ਪਰ ਕਹਿੰਦੇ ਹੱਸਣਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ, ਪਰ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਤੁਹਾਡੇ ਕੋਲ ਪੱਲੇ 'ਚ ਖੁਸ਼ੀਆਂ ਹੋਣ। ਸੋ ਕੋਸ਼ਿਸ਼ ਕਰ ਰਹੇ ਆ। ਸਾਡੇ ਕੋਲ ਗੁਰਵੀਰ ਤੇ ਹਰਮਨ ਸਾਡੇ ਨਾਲ ਆਏ ਨੇ। ਮੈਂਬਰ ਪਾਰਲੀਮੈਂਟ ਬਹੁਤ ਹੀ ਸਤਿਕਾਰਯੋਗ ਰਣਦੀਪ ਸਿੰਘ ਸਰਾਏ। ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬੱਚਿਆਂ ਦੇ ਜਦੋਂ ਗ੍ਰੈਜੂਏਸ਼ਨ ਹੁੰਦੀ ਆ, ਪੇਰੈਂਟਸ ਦਾ ਉੱਥੇ ਰਹਿਣਾ ਕਿੰਨਾ ਜ਼ਰੂਰੀ ਆ। ਸੋ ਬਹੁਤ ਹੀ ਰਿਸਪੈਕਟਡ ਰਣਦੀਪ ਸਿੰਘ ਸਰਾਏ ਵੀਰ ਜੀ ਹੁਣਾਂ ਨਾਲ ਜਦੋਂ ਅਸੀਂ ਮਿਲਣ ਗਏ ਸੀ, ਉਹ ਕਹਿੰਦੇ ਕਿ ਮੇਰੀ ਬੇਟੀ ਗ੍ਰੈਜੂਏਟ ਹੋ ਕੇ ਵਿਕਟੋਰੀਆ ਸ਼ਿਫਟ ਕਰ ਰਹੀ ਆ ਅਤੇ ਮੈਂ ਉਹਨੂੰ ਉੱਥੇ ਛੱਡਣ ਜਾਣਾ। ਸੋ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਕਿ ਸਾਡੀ ਪ੍ਰਾਇਓਰਿਟੀ ਸਾਡੇ ਬੱਚੇ ਆ, ਪਰ ਉਹਨਾਂ ਦੇ ਵੱਲੋਂ ਮੈਸੇਜ ਤੇ ਉਹਨਾਂ ਦੇ ਭੇਜੇ ਹੋਏ ਵੋਲੰਟੀਅਰ ਹਰਮਨ ਤੇ ਗੁਰਵੀਰ ਸਾਡੇ ਨਾਲ ਆ। ਕਿਸੇ ਨੇ ਵੀ ਤੁਹਾਡੇ ਵਿੱਚੋਂ ਕੋਈ ਗੱਲਬਾਤ ਕਰਨੀ ਹੋਵੇ ਜਾਂ ਸਿੱਧੀ ਰਣਦੀਪ ਸਰਾਏ ਹੋਣਾ ਦੇ ਨਾਲ ਗੱਲਬਾਤ ਕਰਨੀ ਹੈ, ਇਹਨਾਂ ਦੇ ਕੋਲ ਬਰੋਸ਼ਰਸ ਜਾਂ ਕਾਰਡ ਆ, ਉਹਨਾਂ ਦੇ ਤੁਸੀਂ ਲੈ ਸਕਦੇ ਹੋ। ਇਹ ਇੱਧਰਲੀ ਸਾਈਡ 'ਤੇ ਹੋਣਗੇ, ਸਾਡੇ ਰਾਈਟ ਹੈਂਡ ਸਾਈਡ 'ਤੇ। ਕਿਸੇ ਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ। ਸੋ ਤੁਸੀਂ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ। ਹੋਪ ਸੇਵਾ ਸੁਸਾਇਟੀ ਤੁਹਾਡੀ ਆਵਾਜ਼ ਬਣੀ ਆ, ਪਰ ਤੁਹਾਨੂੰ ਹੱਕ ਆ, ਤੁਹਾਡਾ ਰਾਈਟਸ ਆ ਤੁਹਾਡੇ ਕਿ ਤੁਸੀਂ ਸਿੱਧਾ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਕੋਈ ਵੀ ਤੁਹਾਡੇ ਦਿਲ 'ਚ ਸਵਾਲ ਆ ਤੁਸੀਂ ਕਰ ਸਕਦੇ ਆ। ਇਸ ਤੋਂ ਇਲਾਵਾ ਸਾਡੇ ਨਾਲ ਪਲਾਨ ਇੰਸ਼ੋਰੈਂਸ ਤੋਂ ਅਮਰਿੰਦਰ ਸਿੰਘ ਨੱਡਾ ਹੁਣੀ ਇੱਥੇ ਪਹੁੰਚੇ ਆ। ਜ਼ਿੰਦਗੀ ਦੇ ਵਿੱਚ ਅਪ ਡਾਊਨ ਸਾਡੇ ਕੋਲ ਬਹੁਤ ਆਉਂਦੀਆਂ। ਪਿਛਲਾ ਸਮਾਂ ਕੁਛ ਇਹੋ ਜਿਹਾ ਰਿਹਾ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੱਥੇ ਜਿਹੜੇ ਅਚਾਨਕ ਹੀ ਇਸ ਦੁਨੀਆ ਤੋਂ ਚਲੇ ਗਏ, ਪਰ ਅਸੀਂ ਥੋੜ੍ਹੇ ਪੈਸਿਆਂ ਦੇ ਲਈ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਆ। ਸੋ ਅਮਰਿੰਦਰ ਸਿੰਘ ਨੱਡਾ ਖਾਸ ਇੱਥੇ ਪਹੁੰਚੇ ਨੇ ਕਿ ਤੁਹਾਡੇ 'ਚੋਂ ਕੋਈ ਵੀ ਇੰਸ਼ੋਰੈਂਸ ਦੇ ਲਈ ਜਾਂ ਕਿਹੜੀ ਇੰਸ਼ੋਰੈਂਸ PR ਜਿਹੜੇ ਲੈ ਸਕਦੇ, ਸਿਟੀਜ਼ਨ ਲੈ ਸਕਦੇ। ਸੋ ਵਰਕ ਪਰਮਿਟ ਜਾਂ ਜਿਹੜੇ ਤੁਸੀਂ ਰਿਫਿਊਜੀ ਆ ਜਾਂ ਇੰਟਰਨੈਸ਼ਨਲ ਸਟੂਡੈਂਟ ਆ, ਕਿਹੜੀ ਤੁਸੀਂ ਇਹਨਾਂ ਤੋਂ ਇੰਸ਼ੋਰੈਂਸ ਲੈਣੀ, ਕਿਹੜੀ ਤੁਹਾਡੇ ਲਈ ਬੈਨੀਫਿਟ ਆ। ਰੱਬ ਨਾ ਕਰੇ ਕਿਤੇ ਤੁਹਾਨੂੰ ਲੋੜ ਪੈ ਜਾਏ। ਇਹ ਕਹਿੰਦੇ ਫ੍ਰੀ ਕੰਸਲਟੇਸ਼ਨ ਤੁਹਾਨੂੰ ਦੇਣਗੇ। ਹੋਰ ਵੀ ਤੁਹਾਨੂੰ ਕੋਈ ਇਹਨਾਂ ਤੋਂ ਹੈਲਪ ਚਾਹੀਦੀ ਹੋਵੇ ਤੇ ਇਹ ਹਾਜ਼ਰ ਨੇ ਤੁਹਾਨੂੰ ਹੈਲਪ ਦੇਣ ਦੇ ਲਈ। ਓਪਨ ਆਪ ਆਫਰ ਕਰ ਰਹੇ ਨੇ ਤੇ ਇੱਥੇ ਆਪ ਪਹੁੰਚੇ ਨੇ ਔਰ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। 604 363 2200 ਪਲਾਨ ਇੰਸ਼ੋਰੈਂਸ ਇਹਨਾਂ ਦਾ ਐਪ ਬਣਿਆ ਆ। ਇੱਕ ਨਿਊ ਵੈਸਟ ਤੋਂ ਭੈਣ ਜੀ ਆ, ਆਈਲੈਟਸ ਕਰਵਾਉਂਦੇ ਨੇ, ਟੀਚਰ ਉਹ ਪਿੱਛੇ ਰਹਿ ਚੁੱਕੇ ਨੇ, ਪੰਜਾਬ ਤੋਂ ਸ਼ਿਫਟ ਕੀਤੇ ਨੇ। ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ। ਉਹ ਕਹਿੰਦੇ ਕਿ ਤੁਸੀਂ ਜਗ੍ਹਾ ਆਰਗੇਨਾਈਜ਼ ਕਰੋ। ਜਿਹੜੇ ਲੋਕ ਨਹੀਂ ਆਈਲੈਟਸ ਕਰ ਸਕਦੇ, ਬਹੁਤ ਵੱਡੀਆਂ ਵੱਡੀਆਂ ਫੀਸਾਂ ਦੇਣੀਆਂ ਪੈਂਦੀਆਂ, ਬੇਸ਼ੱਕ 1000 1500 ਆ, ਪਰ ਇੱਕ ਉਹ ਕੱਢਣਾ ਬਹੁਤ ਔਖਾ ਆ। ਜਿਹੋ ਜਿਹੇ ਹਾਲਾਤਾਂ 'ਚ ਪਰਿਵਾਰ ਰਹਿ ਰਹੇ ਆ ਨਾ, ਉਹ ਪੈਸੇ ਕੱਢਣੇ ਬਹੁਤ ਔਖੇ ਆ। ਅਸੀਂ ਜਗ੍ਹਾ ਦਾ ਅਰੇਂਜ ਕੀਤਾ ਖਾਲਸਾ ਲਾਇਬ੍ਰੇਰੀ 76 ਤੇ 132 ਤੇ ਆ, ਜਿੱਥੇ ਹੋਪ ਸੇਵਾ ਸੁਸਾਇਟੀ ਦੇ ਵੋਲੰਟੀਅਰ ਹੋਇਆ ਕਰਨਗੇ। ਉੱਥੇ ਤੁਹਾਨੂੰ ਮਹੀਨੇ ਦੇ ਵਿੱਚ 2 ਵਾਰ
2 ਵੱਖਰੇ ਆਈਲੈਟਸ ਦੇ ਟੀਚਰ ਤੁਹਾਡੇ ਸਮੇਂ ਅਨੁਸਾਰ ਅਸੀਂ ਗਰੁੱਪ ਦੇ ਵਿੱਚ ਜਾਂ ਅਸੀਂ ਪਹਿਲਾਂ ਅਨਾਉਂਸ ਕਰਿਆ ਕਰਾਂਗੇ, ਜਿਹੜਾ ਟਾਈਮ ਤੁਹਾਨੂੰ ਸੂਟੇਬਲ ਆ ਤੁਸੀਂ ਉੱਥੇ ਆ ਕੇ ਉਹਨਾਂ ਦੇ ਕੋਲ ਸਟੱਡੀ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਡਾਕਟਰ ਨੇ ਜਿਹੜੇ ਉੱਥੇ ਆ ਕੇ ਤੁਹਾਡੀ ਸਿਹਤ ਦੇ ਲਈ ਤੁਹਾਨੂੰ ਫ੍ਰੀ ਦੇ ਵਿੱਚ ਆ ਕੇ ਉੱਥੇ ਸੈਮੀਨਾਰ ਲਾਉਣਗੇ। ਕਈ ਲੋਕਾਂ ਦਾ MSP ਮੈਡੀਕਲ ਉਹਨਾਂ ਦਾ ਕਵਰ ਨਹੀਂ ਗਾ, ਉਹ ਨਹੀਂ ਡਾਕਟਰ ਦੇ ਜਾ ਸਕਦੇ, ਕੋਈ ਬਿਮਾਰ ਠਮਾਰਿਆ ਕੋਈ ਦਵਾ ਨਹੀਂ ਲੈ ਸਕਦੇ। ਸੋ ਡਾਕਟਰਸ ਨੇ ਸਾਡੇ ਤੱਕ ਕੰਟੈਕਟ ਕੀਤਾ, ਉਹ ਕਹਿੰਦੇ ਕਿ ਅਸੀਂ ਫ੍ਰੀ ਆ ਕੇ ਤੁਹਾਨੂੰ ਕੰਸਲਟੇਸ਼ਨ ਦੇਵਾਂਗੇ। ਜੇ ਕਿਸੇ ਨੂੰ ਦਵਾਈ ਚਾਹੀਦੀ ਆ ਬਹੁਤ ਹੀ ਘੱਟ ਕੀਮਤਾਂ 'ਤੇ ਹੋਵੇਗੀ, ਅਤੇ ਜੇ ਕਿਸੇ ਦੀ ਪਰਿਵਾਰਕ ਹਾਲਤ ਇਹੋ ਜਿਹੀ ਆ ਤੇ ਹੋਪ ਸੇਵਾ ਸੁਸਾਇਟੀ ਉਸ ਨੂੰ ਦਵਾਈ ਲੈਣ ਦੇ ਵਿੱਚ ਵੀ ਮਦਦ ਕਰਾਂਗੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਇਸ ਤੋਂ ਇਲਾਵਾ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਮੈਂ ਨਾਂ ਨਹੀਂ ਲਊਂਗੀ, ਮੈਂ ਕਿਸੇ ਇੱਕ ਦਾ ਨਾਂ ਲੈ ਤਾ ਤਾਂ ਪਤਾ ਨਹੀਂ ਕਿੰਨਿਆਂ ਨੇ ਕਿੰਨਿਆਂ ਦੇ ਨਾਂ ਲੈ ਦੇਣੇ। ਜਦੋਂ ਤੁਸੀਂ ਕੰਸਲਟੇਸ਼ਨ ਲੈਣ ਜਾਂਦੇ ਆ, ਪਹਿਲੀ ਕੰਸਲਟੇਸ਼ਨ ਫ੍ਰੀ ਹੁੰਦੀ ਆ, ਪਰ ਇੱਥੇ ਬਹੁਤ ਖੜੇ ਆ ਜਿਹੜੇ ਕੋਈ 100 200 150 ਡਾਲਰ ਦੇ ਕੇ ਅੱਧਾ ਘੰਟਾ ਉੱਥੋਂ ਪੱਲੇ ਕੁਛ ਨਹੀਂ ਪਵਾ ਕੇ ਆਉਂਦੇ। ਅਗਲੇ ਕਹਿੰਦੇ ਪਹਿਲਾਂ ਪੈਸੇ ਕਰ ਦਿਓ ਅਕਾਊਂਟ ਵਿੱਚ, ਫੇਰ ਕੰਸਲਟੇਸ਼ਨ ਕਰਾਂਗੇ। ਸੋ ਅਸੀਂ ਮਹੀਨੇ ਦੇ ਵਿੱਚ ਇੱਕ ਵਾਰ ਹੋਪ ਸੇਵਾ ਸੁਸਾਇਟੀ ਜਿਨ੍ਹਾਂ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਕੋਈ ਵੀ ਪ੍ਰੋਬਲਮ ਆ, ਅਸੀਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਅਸੀਂ ਖਾਲਸਾ ਲਾਇਬ੍ਰੇਰੀ ਦੇ ਵਿੱਚ ਬੁਲਾਵਾਂਗੇ। ਉਹ ਤੁਹਾਡੇ ਉੱਥੇ ਜਿਨ੍ਹਾਂ ਦੇ ਕੋਈ ਪਰਸਨਲ ਆ 1 to 1 ਮਿਲਣਾ, ਤੁਸੀਂ ਉੱਥੇ ਉਹਨਾਂ ਨੂੰ ਮਿਲ ਸਕਦੇ ਹੋ, ਕੋਈ ਫੀਸ ਚਾਰਜ ਨਹੀਂ ਕਰਨਗੇ। ਫ੍ਰੀ ਆਫ ਕਾਸਟ ਤੁਹਾਨੂੰ ਉਹ ਦੱਸਣਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਉਸ ਹੋਪ ਸੇਵਾ ਸੁਸਾਇਟੀ ਆਪਣੀ ਰਿਸਪੌਂਸਿਬਿਲਟੀ ਵੀ ਸਮਝਦੀ ਆ, ਕਮਿਊਨਿਟੀ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੇ ਨਾਲ ਵੀ ਖੜੇ ਹਾਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਐਕਚੁਅਲੀ ਮੈਨੂੰ ਤਾਂ ਥੋੜ੍ਹੀ ਜਿਹੀ ਸ਼ਰਮ ਆ ਰਹੀ ਹੈ ਕਿ ਮੈਂ ਇਹ ਕੈਨੇਡੀਅਨ ਸਿਟੀਜ਼ਨ ਆ। ਸਾਰਿਆਂ ਦੀ ਸਟੋਰੀ ਸੁਣ ਕੇ ਮੈਨੂੰ ਤੁਹਾਡੇ ਗਰੁੱਪ ਬਾਰੇ 2 ਦਿਨ ਹੀ ਹੋਏ ਪਤਾ ਲੱਗਿਆ, ਉਹਨਾਂ ਨੇ ਕਿਹਾ ਕਿ ਜੀ ਪਲੀਜ਼ ਤੁਸੀਂ ਜ਼ਰੂਰ ਆਇਓ। ਮੇਰੇ ਤਾਇਆ ਜੀ ਆਏ ਸੀ 64 'ਚ, ਅਤੇ ਮੈਂ ਆਪਣੀ ਮਦਰ ਨਾਲ ਆਇਆ ਸੀ 72 'ਚ, ਅਤੇ ਇੱਥੇ ਪੜ੍ਹਿਆ, ਇੱਥੇ ਵੱਡਾ ਹੋਇਆ। ਮੇਰੀ ਵਾਈਫ ਇੰਡੀਆ ਤੋਂ, ਅਤੇ ਮੇਰੀ ਲਾਈਫ 'ਚ 2 ਹੀ ਜਿਹੜੀ ਲੇਡੀਜ਼ ਨੇ, ਮੇਰੀ ਮਦਰ ਅਤੇ ਮੇਰੀ ਵਾਈਫ, ਉਹਨੇ ਕਨੈਕਟ ਰੱਖਿਆ ਆਪਣੇ ਕਲਚਰ ਨਾਲ, ਆਪਣੇ ਲੋਕਾਂ ਨਾਲ। ਅਤੇ ਪਲੱਸ ਮੈਂ ਧੰਨਵਾਦ ਦੇਣਾ ਮੰਗਦਾ ਐਲਡਰਗੋ ਕਮਿਊਨਿਟੀ ਦਾ, ਜਿੱਥੇ ਮੈਂ ਰਹਿ ਰਿਹਾ ਹੁਣ। ਉਹਨਾਂ ਨੇ ਮੇਰੀ ਪੰਜਾਬੀ ਵੀ ਉਹ ਜਿੱਦਾਂ ਕਹਿੰਦੇ ਸੀ ਨਾ ਵੀ ਵੱਟ ਕੱਢਦੇ, ਉਹਨਾਂ ਨੇ ਕੜਕ ਕਰਤੀ। ਨਹੀਂ ਤਾਂ ਮੈਂ ਬਹੁਤੀ ਸਪੀਚ ਇੰਗਲਿਸ਼ 'ਚ ਹੀ ਦਿੰਦਾ, ਕਿਉਂਕਿ ਉਹ ਮੇਰੀ ਈਜ਼ੀ ਲੈਂਗੁਏਜ ਹੈ ਅਤੇ ਮੇਰੇ ਦਾਦਾ ਜੀ ਵਿਕਟੋਰੀਆ ਰਹਿੰਦੇ ਰਹੇ ਬੜੇ ਸਾਲ। ਉਹ ਵੀ ਜਿਹੜਾ ਵੀ ਕੋਈ ਇੰਡੀਆ ਤੋਂ ਉਸ ਟਾਈਮ ਪੁਰਾਣੇ ਟਾਈਮ ਆਉਂਦਾ ਸੀ, ਉਹਨੂੰ ਡਾਕਟਰ ਦੀ ਹੈਲਪ ਚਾਹੀਦੀ ਸੀ, ਇੰਗਲਿਸ਼ ਬੋਲਣ ਦੀ ਜ਼ਰੂਰਤ ਹੁੰਦੀ ਸੀ, ਕਿਸੇ ਕਿਸਮ ਦਾ ਵੀ ਕੋਈ ਕੰਮ ਹੁੰਦਾ ਸੀ ਉਹ ਕਰਾਉਂਦੇ ਸੀ। ਅਤੇ ਜਦੋਂ ਇੱਥੇ 75 80 ਦੇ ਵਿੱਚ ਗੁਰਦੁਆਰੇ ਬਣਨੇ ਸ਼ੁਰੂ ਹੋਏ, ਉਦੋਂ ਮੇਰੇ ਫਾਦਰ ਨੇ, ਮੈਂ 15 ਸਾਲਾਂ ਦਾ ਸੀ, ਮੈਨੂੰ ਗੁਰਦੁਆਰੇ ਦੇ ਮੈਂਬਰਸ਼ਿਪ ਬਣਾ ਦਿੱਤਾ ਸੀ। ਉਸ ਟਾਈਮ ਤੋਂ ਹੀ ਮੈਂ ਵਾਲੰਟੀਅਰ ਕੰਮ ਕਰਦਾ ਪਿਆ, ਅਤੇ ਅੱਜ ਵੀ ਕਰਦਾ। ਬਟ ਹੁਣ ਮੈਂ ਟਰਾਈ ਕਰਾਂਗਾ ਕਿ ਮੈਂ ਤੁਹਾਡਾ ਮੁੱਦਾ ਵੀ, ਜਿਹੜਾ ਮੈਜੋਰਟੀ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਮੈਂ ਪੈਸੇ ਵੀ ਦਿੰਦਾ, ਉਹਨਾਂ ਨੂੰ ਵੋਟਾਂ ਵੀ ਪਵਾ ਕੇ ਦਿੰਦਾ। ਸੋ ਮੇਰੀ ਹੁਣ ਇਹ ਰਿਕੁਐਸਟ ਹੋਏਗੀ ਕਿ ਜੇ ਮੈਂ ਉਹਨਾਂ ਨੂੰ ਪੈਸੇ ਵੀ ਦੇਣੇ ਆ ਅਤੇ ਵੋਟਾਂ ਵੀ ਪਾਉਣੀਆਂ, ਅਤੇ ਤੁਹਾਡਾ ਵੀ ਉਹਦੇ 'ਚ ਫਾਇਦਾ ਹੋਵੇ। ਧੰਨਵਾਦ ਸਾਡੇ ਸਤਿਕਾਰਯੋਗ ਭੈਣ ਜੀ ਬਲਜਿੰਦਰ ਕੌਰ ਜੀ, ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਡਾ ਸਾਥ ਦੇਣ ਵਾਸਤੇ ਅਸੀਂ ਦਿਲੋਂ ਰਿਣੀ ਆ ਭੈਣ ਜੀ ਬਲਜਿੰਦਰ ਕੌਰ ਜੀ ਐਂਡ ਸਾਂਝਾ TV ਦੀ ਸਮੁੱਚੀ ਟੀਮ। ਸਾਡੇ ਨਾਲ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ, ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਕਿ ਆਪਾਂ ਰਲ ਕੇ ਜਿਹੜੀ ਇੱਕ ਆਵਾਜ਼ ਚੁੱਕੀ ਸੀ। ਉਹ ਦਿਨ ਯਾਦ ਹੈ ਕਿ ਮੈਨੂੰ, ਜਿਸ ਦਿਨ ਇੱਕ ਰਾਤੀ 12:30 ਵਜੇ ਕਾਲ ਆਉਂਦੀ ਹੈ ਕਿ ਮੈਂ ਹੁਣ ਇਸ ਟਾਈਮ 'ਤੇ ਸਾਡੀ ਭੈਣ ਫਾਰਮ ਦੇ ਵਿੱਚੋਂ ਕੰਮ ਕਰਕੇ ਆਈ, ਜਿਸ ਦੀ ਆਵਾਜ਼ ਮੇਰੇ ਹਿਰਦੇ ਨੂੰ ਵਲੂੰਦਰ ਕੇ ਚਲੇ ਗਈ, ਜੋ ਕਿ ਉਸ ਆਵਾਜ਼ ਨੇ ਸਾਡੀ ਆਵਾਜ਼ ਅੱਜ ਪਾਰਲੀਮੈਂਟ ਤੱਕ ਪਹੁੰਚ ਕੀਤੀ। ਉਸ ਦਾ ਕਹਿਣਾ ਸੀ ਕਿ ਵੀਰ ਜੀ, ਮੈਂ ਇਸ ਟਾਈਮ 'ਤੇ
ਫਾਰਮ ਤੋਂ ਕੰਮ ਤੋਂ ਆਈ ਹਾਂ। 18 ਲੱਖ ਦੇ ਕੇ ਇੰਡੀਆ ਤੋਂ ਆਈ ਸੀ ਤੇ ਉਹ ਵੀ ਵਿਜ਼ਟਰ ਤੇ ਇੱਥੇ ਆ ਕੇ LMO ਆਪੇ ਕਿੱਦਾਂ ਲਈ, ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿੱਦਾਂ ਮਿਲਦੀਆਂ। 5.5 ਲੱਖ ਵਿਆਜ ਦੇਣ ਤੋਂ ਬਾਅਦ ਵੀ ਉਹਦਾ ਕੋਈ 3 ਸਾਲ ਨਿਕਲਣ ਤੋਂ ਬਾਅਦ ਵੀ ਕੋਈ ਉਹਦਾ ਹੀਲਾ ਨਹੀਂ ਹੋਇਆ। ਬੱਚੇ ਇੰਡੀਆ 'ਚ ਬੈਠੇ, ਹਸਬੈਂਡ ਇੰਡੀਆ 'ਚ ਬੈਠਾ, ਉਹਨਾਂ ਦੀ ਆਵਾਜ਼ ਬਹੁਤ ਕੇਸ ਇੱਦਾਂ ਦੇ ਸੀ। 31 ਸਾਲ ਹੋ ਗਏ ਨੇ ਉਸ ਵੀਰ ਗੁਰਵਿੰਦਰ ਸਿੰਘ ਜਿਹੜੇ ਟੋਰਾਂਟੋ ਦੇ ਵਿੱਚ ਇਸ ਟਾਈਮ 'ਤੇ ਬੈਠੇ ਨੇ। 31 ਸਾਲ, 31 ਸਾਲਾਂ ਦੀ ਉਹਨਾਂ ਦੀ ਪਿੱਛੋਂ ਮਾਤਾ ਪਿਤਾ ਦੇ ਚੜ੍ਹਾਈ ਕਰਨਾ, ਉਹਨਾਂ ਦੇ ਸਹੁਰੇ ਪਰਿਵਾਰ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ 31 ਸਾਲ ਨਾ ਮਿਲਣਾ, ਇਹ ਕੋਈ ਆਵਾਜ਼ ਸੀ ਜਿਹੜੀ ਤੁਹਾਡੀ ਸਾਰਿਆਂ ਦੀ ਆਵਾਜ਼ ਆਪਾਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚੋਂ ਸਾਈਨ ਕਰਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਲੈਟਰ ਦੇ ਕੇ ਸਾਡੀ ਸਪੋਰਟ ਕੀਤੀ। ਉਸ ਤੋਂ ਬਾਅਦ ਸਮੁੱਚੀਆਂ ਸਭਾ ਸੁਸਾਇਟੀਆਂ, ਗਰੋਸਰੀ ਸਟੋਰ, ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਆਪਣੇ ਇੰਪਲਾਇਰ ਤੇ ਲਾਇਰ, ਉਹਨਾਂ ਨੇ ਵੀ ਸਪੋਰਟ ਕੀਤੀ। ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਜਿਨ੍ਹਾਂ ਨੇ ਸਾਨੂੰ ਇਹ ਆਵਾਜ਼ ਬੁਲੰਦ ਕੀਤੀ ਕਿ ਅਗਰ ਗੌਰਮੈਂਟ ਤੁਹਾਨੂੰ ਪੱਕਿਆ ਕਰਦੀ ਹੈ ਤੇ ਅਸੀਂ ਤੁਹਾਨੂੰ ਸਪੋਰਟ ਲੈਟਰ ਦੇਵਾਂਗੇ। ਗੌਰਮੈਂਟ ਨੂੰ ਤੁਸੀਂ ਕਹਿ ਸਕਦੇ ਆ ਕਿ ਅਗਰ ਤੁਸੀਂ PR ਕਰਦੇ ਆ ਸਾਰਿਆਂ ਨੂੰ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਨਅਪਲਾਈਡਡ ਵੱਧ ਗਿਆ ਰੇਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜਿੰਦਰ ਕੌਰ ਆ ਤੇ ਮੇਰੇ ਨਾਲ ਨੇ ਇਸ ਵਕਤ ਗੁਰਪ੍ਰੀਤ ਸਿੰਘ ਸਿੱਧੂ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਜਿਹੜਾ ਹੋਪ ਸੇਵਾ ਸੁਸਾਇਟੀ ਦੀ ਇੱਕ ਪੀਸਫੁਲ ਰੈਲੀ ਰੱਖੀ ਗਈ ਸੀ ਹਾਲੈਂਡ ਪਾਰਕ ਦੇ ਵਿੱਚ, ਉਸ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ। ਅਸੀਂ ਸੋਚਦੇ ਸੀ ਕਿ ਸ਼ਾਇਦ ਵੈਦਰ ਦੇ ਕਰਕੇ ਥੋੜਾ ਇਕੱਠ ਘੱਟ ਹੋਊਗਾ, ਪਰ ਬਹੁਤ ਸਾਰੇ ਇਹੋ ਜਿਹੇ ਲੋਕ ਅੱਜ ਇੱਥੇ ਪਹੁੰਚੇ ਨੇ ਜਿਨ੍ਹਾਂ ਨੂੰ ਵਾਕਿਆ ਹੀ ਜਿਨ੍ਹਾਂ ਦੀ ਆਵਾਜ਼ ਚੁੱਕਣੀ ਚਾਹੀਦੀ ਆ, ਜਿਹੜੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਮੁਸ਼ਕਲਾਤ ਲੈ ਕੇ ਇਸ ਰੈਲੀ ਦੇ ਵਿੱਚ ਪਹੁੰਚੇ ਆ। ਸੋ ਮੈਂ ਗੁਰਪ੍ਰੀਤ ਜੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿਵੇਂ ਲੱਗ ਰਿਹਾ ਜੀ ਅੱਜ ਇਸ ਹੋਪ ਸੇਵਾ ਸੁਸਾਇਟੀ ਦੀ ਰੱਖੀ ਰੈਲੀ ਲਈ? ਹਾਂਜੀ, ਬਹੁਤ ਬਹੁਤ ਧੰਨਵਾਦ ਭੈਣ ਜੀ, ਬਹੁਤ ਵਧੀਆ ਲੱਗ ਰਿਹਾ ਜੀ। ਦੇਖੋ ਇਕੱਠ ਕਿੰਨਾ ਜ਼ਿਆਦਾ ਹੋ ਗਿਆ ਜੀ, ਇਹਦਾ ਮਤਲਬ ਜਿਹੜੇ ਹੋਰ PR ਸਿਟੀਜ਼ਨ ਵੀ ਆ ਉਹ ਵੀ ਇਹ ਲੋਕ ਇਹਨਾਂ ਲੋਕਾਂ ਦਾ ਦੁੱਖ ਦਰਦ ਸਮਝਦੇ ਆ ਜੀ। ਸਮਝਣਾ ਵੀ ਚਾਹੀਦਾ ਜੀ, ਆਪਾਂ ਇਨਸਾਨ ਆ। ਤੇ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਪੱਕੇ ਕੀਤਾ ਜਾਵੇ। ਇਹ ਵੀ ਵਿਚਾਰੇ ਆਪਣੇ ਵਾਂਗੂ ਆਪਣੇ ਤੋਂ ਵੱਧ ਹੀ ਕੰਮ ਕਰਦੇ ਆ, ਤਾਂ ਜੋ ਇਹਨਾਂ ਦੀ ਰੈਗੂਲਰ ਲਾਈਫ ਹੋਵੇ, ਆਪਦਾ ਵਧੀਆ ਪਰਿਵਾਰਾਂ ਨੂੰ ਮਿਲਣ, ਆਰਾਮ ਦੇ ਨਾਲ ਰਹਿਣ ਆਪਦਾ। ਤੇ ਬਾਕੀ ਜੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਹਜੇ ਇਕੱਠ ਬਹੁਤ ਜ਼ਿਆਦਾ ਆ। ਧੰਨਵਾਦ ਜੀ ਸਾਰਿਆਂ ਦਾ। ਬਿਲਕੁਲ ਜੀ, ਜਿਹੜੀ ਸਟੈਂਡਿੰਗ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਇੱਕ ਆਵਾਜ਼ ਚੁੱਕੀ ਸੀ, ਕਿਉਂਕਿ ਪਿਛਲੇ ਸਾਲ ਤੋਂ ਹੋਪ ਸੇਵਾ ਸੁਸਾਇਟੀ ਜਿਹੜੀ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਆਈ ਸੀ ਜਿਹੜੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਰਹਿੰਦੇ ਨੇ, ਜਿਨ੍ਹਾਂ ਕੋਲ ਪੇਪਰ ਵਰਕ ਵੀ ਨਹੀਂਗਾ, ਜਾਂ ਜਿਹੜੇ ਵਰਕ ਪਰਮਿਟ ਤੇ ਰਹਿ ਰਹੇ ਨੇ, ਇੰਟਰਨੈਸ਼ਨਲ ਸਟੂਡੈਂਟ ਨੇ, ਜਾਂ ਰਿਫਿਊਜੀ ਜਿਹੜਿਆਂ ਦੇ ਕੇਸ ਲੱਗੇ ਹੋਏ ਆ, ਅਸਾਈਲਮ ਤੇ ਰਹਿ ਰਹੇ ਨੇ। ਉਹਨਾਂ ਲੋਕਾਂ ਦੇ ਲਈ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਪਟੀਸ਼ਨ ਭੇਜੀ ਗਈ ਸੀ। 65,000 ਤੋਂ ਉੱਪਰ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਸੀ। ਉਸ ਵਕਤ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਬਹਿਸ ਹੋਈ ਸੀ ਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪੱਕਿਆ ਕੀਤਾ ਜਾਵੇਗਾ। ਸੋ ਉਸ ਕਹੀ ਹੋਈ ਗੱਲ ਤੇ ਇੰਪਲੀਮੈਂਟ ਹਾਲੇ ਤੱਕ ਨਹੀਂ ਹੋਇਆ। ਸੋ ਅੱਜ ਦੀ ਇਹ ਰੈਲੀ ਦੇ ਵਿੱਚ ਸਿਰਫ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਵਾਅਦੇ ਤੁਸੀਂ ਕੀਤੇ ਸੀ, ਜੋ ਤੁਸੀਂ ਸਟੈਂਡਿੰਗ ਕਮੇਟੀ ਦੇ ਵਿੱਚ ਕਿਹਾ ਸੀ, ਉਹਨੂੰ ਪੂਰੇ ਕਰਨ ਦਾ ਸਮਾਂ ਆ ਗਿਆ। ਕਿਉਂਕਿ ਆਏ 2 ਸਾਲਾਂ ਬਾਅਦ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਬਹੁਤ ਹੀ ਵਿਚਾਰਿਆਂ ਨੂੰ ਮੁਸ਼ਕਲਾਤ ਆਉਂਦੀਆਂ ਨੇ, MSP ਉਹਨਾਂ ਦੀ ਕਵਰ ਨਹੀਂ ਹੁੰਦੀ। ਤੇ ਅੱਜ ਦੀ ਰੈਲੀ ਵਿੱਚ ਨੌਜਵਾਨ ਬੱਚੇ ਜਿਹੜੇ ਬਹੁਤ ਸ਼ਾਮਲ ਹੋਏ, ਜਿਹੜੇ ਅੱਗੇ ਯੂਨੀਵਰਸਿਟੀ ਕਾਲਜਸ ਵਿੱਚ ਜਾਣਾ ਚਾਹੁੰਦੇ ਆ ਪਰ ਉਹ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਹਾਲੇ ਪੇਰੈਂਟਸ ਵੀ ਇਸ ਮੁਲਕ ਦੇ ਵਿੱਚ ਕੱਚੇ ਨੇ। ਸੋ ਸਾਰੇ ਆਪਣੀ ਆਵਾਜ਼ ਚੱਕ ਕੇ ਇੱਕ ਪਟੀਸ਼ਨ ਸਾਈਨ ਕੀਤੀ ਜਾ ਰਹੀ ਆ। ਅਸੀਂ ਸੋਚਦੇ ਸੀ ਕਿ ਸ਼ਾਇਦ 100-200 ਹੋਣਗੇ, ਪਰ 500 ਤੋਂ ਵੀ ਉੱਪਰ ਦਾ ਇਕੱਠ ਹੋ ਚੁੱਕਾ ਆ ਔਰ ਗਾਈਡਲਾਈਨ ਸਾਰੀਆਂ ਫੋਲੋ ਕੀਤੀਆਂ ਜਾ ਰਹੀਆਂ ਹੈਗੀਆਂ ਆ। ਸੋ ਜਿੰਨੇ PR ਸਿਟੀਜ਼ਨ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ। ਸਾਂਝਾ TV ਦੀ ਪੂਰੀ ਟੀਮ ਇੱਥੇ ਪਹੁੰਚੀ ਆ, H&R, ਇਸ ਤੋਂ ਇਲਾਵਾ ਹੋਰ ਵੀ ਜਿੰਨਾ ਮੀਡੀਆ ਇੱਥੇ ਪਹੁੰਚਿਆ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਕੋਲ
ਕੋਲ ਕਈ ਵਾਰ ਸ਼ਬਦ ਨਹੀਂ ਹੁੰਦੇ ਜਦੋਂ ਮੈਂ ਦੇਖਦੀ ਆ ਛੋਟੇ ਬੱਚੇ ਆ, ਨਾ ਤਾਂ ਇਹਨਾਂ ਨੂੰ ਇਹ ਪਤਾ ਕਿ PR ਕੀ ਆ, ਨਾ ਇਹਨਾਂ ਨੂੰ ਇਹ ਪਤਾ ਕਿ ਅਸੀਂ ਸਕੂਲ ਜਾਂਦੇ ਕਿਉਂ ਨਹੀਂ। ਕੀ ਦੱਸਣਗੇ ਮਾਪੇ ਇਹਨਾਂ ਨੂੰ, ਕੀ ਸਮਝਾਉਣਗੇ ਇਹਨਾਂ ਨੂੰ? ਇਹ ਨਹੀਂ ਪਤਾ। ਪਹਿਲਾਂ ਇਹਨਾਂ ਨੂੰ ਸਮਝਾਉਣ ਨੂੰ ਟਾਈਮ ਲੱਗੂ ਵੀ ਕਿਉਂ ਨਹੀਂ ਇਹ ਸਕੂਲ ਜਾ ਸਕਦੇ, ਕਿਉਂਕਿ PR ਹੈ ਨਹੀਂ ਮਾਪਿਆਂ ਦੇ ਕੋਲ। ਸੋ ਕਿੰਨੀ ਨਾਇਨਸਾਫੀ ਹੋ ਰਹੀ ਹੈ ਇਹਨਾਂ ਬੱਚਿਆਂ ਦੇ ਨਾਲ। ਸੋ ਸਾਡੇ ਵਿੱਚ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਪਹੁੰਚੇ ਹੋਏ ਆ। ਸੋ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਸਾਡੇ ਵੱਡੇ ਵੀਰ। ਹਮੇਸ਼ਾ ਹੀ ਜਿੱਥੇ ਵੀ ਕਮਿਊਨਿਟੀ ਦੇ ਵਿੱਚ ਕਿਤੇ ਲੋੜ ਹੁੰਦੀ ਹੈ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਦੇ ਆ। ਮੈਂ ਕਹੂੰਗੀ ਕਿ ਆ ਕੇ ਜ਼ਰੂਰ ਸਾਡੇ ਨਾਲ ਇੱਥੇ ਆਪਣੇ ਜਿਹੜੇ ਵਿਊ ਆ ਸ਼ੇਅਰ ਕਰਨ। ਸਰਦਾਰ ਕੁਲਦੀਪ ਸਿੰਘ ਜੀ। ਪੰਜਾਬ ਦਾ ਭਵਿੱਖ ਲਹਿੰਦੇ ਤੇ ਚੜ੍ਹਦੇ ਦੋਨੇ ਪੰਜਾਬਾਂ ਦੀ ਮੈਂ ਗੱਲ ਕਰ ਰਿਹਾ। ਸਾਡੇ ਵਾਲੇ ਪੰਜਾਬ ਦਾ ਨੌਜਵਾਨ, ਬੱਚੇ, ਬੱਚੀਆਂ, ਬਜ਼ੁਰਗ ਤੇ ਮੇਰੇ ਪਿਆਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਇਸ ਇਕੱਠ ਬਾਬਤ ਗੱਲਬਾਤ ਕਰਾਂ, ਮੈਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਇੱਥੇ ਆਏ ਹੋ ਉਹਦਾ ਕੋਈ ਕਾਰਨ ਹੈ, ਕੋਈ ਮਕਸਦ ਹੈ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਪਾਰਕ ਨੂੰ ਛੱਡ ਕੇ ਜਾਓ, ਖੱਬੇ ਪਾਸੇ ਸਾਈਨ ਹੋ ਰਹੇ ਨੇ ਪਟੀਸ਼ਨ ਦੇ ਉੱਤੇ, ਉਹ ਸਾਈਨ ਜ਼ਰੂਰ ਕਰਕੇ ਜਾਇਓ। ਮੈਂ ਅੱਜ ਸਵੇਰੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਿਹਾ ਸੀ। ਬੇਟੇ ਨੇ ਮਾਸਟਰ ਡਿਗਰੀ ਕੀਤੀ ਹੋਈ ਹੈ, ਖੋਜ ਡਿਗਰੀ ਕਰਨ ਦੇ ਲਈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੜ੍ਹ ਰਿਹਾ। ਮੈਨੂੰ ਕਹਿਣ ਲੱਗਾ ਵੀ ਅੰਕਲ ਜੀ ਮੈਂ ਨਾਲ ਤਿਆਰੀ ਕਰ ਰਿਹਾ, ਗਵਰਨਮੈਂਟ ਦਾ ਕੋਈ ਐਗਜ਼ਾਮ ਹੋਣਾ, ਉਹਦੇ ਕੋਲ 2 ਮਾਸਟਰ ਡਿਗਰੀਆਂ ਨੇ, ਕਹਿੰਦਾ ਹੋਰ ਡਿਗਰੀ ਲੈਣੀ ਚਾਹੁੰਦਾ। ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਂ ਡਿਗਰੀਆਂ 2 ਲੈ ਲਾਂ ਮਾਸਟਰ, ਭਾਵੇਂ 4 ਡਿਗਰੀਆਂ ਲੈ ਲਾਂ, ਨੌਕਰੀ ਨਹੀਂ ਮਿਲਣੀ। ਕਿਰਪਾ ਕਰਕੇ ਮੈਨੂੰ ਕੈਨੇਡਾ ਲੈ ਜਾਓ। ਤੇ ਮੈਂ ਰਿਸ਼ਤੇਦਾਰੀ 'ਚੋਂ ਸਾਡੀ ਮਾਸੀ ਦਾ ਲੜਕਾ ਹੈ, ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ। ਮੈਂ ਕਿਹਾ ਬੇਟੇ ਤੂੰ ਇੰਝ ਕਰ, ਆਪਣੇ ਪਾਪਾ ਨੂੰ ਫੋਨ 'ਤੇ ਮੈਂ ਉਹਦੇ ਨਾਲ ਗੱਲ ਕਰਦਾ। ਮੈਂ ਜਦੋਂ ਉਹਨੂੰ ਸਮਝਾਇਆ, ਮੁੰਡਾ ਬਹੁਤ ਸਮਾਰਟ ਹੈ, ਬੜਾ ਇੰਟੈਲੀਜੈਂਟ ਹੈ। ਮੈਂ ਇਸ ਕਰਕੇ ਇਸ ਗੱਲ ਦੀ ਉਦਾਹਰਨ ਤੁਹਾਨੂੰ ਅੱਜ ਦੀ ਦੇ ਰਿਹਾ। ਸਵੇਰੇ ਜਦੋਂ ਦਿਲਾਂ ਦੀ ਸਾਂਝ ਪ੍ਰੋਗਰਾਮ ਮੈਂ ਕਰਨ ਲੱਗਾ ਸੀ, ਉਸ ਤੋਂ ਪਹਿਲਾਂ ਮੇਰੀ ਕਾਲ ਹੋਈ। ਇੱਥੇ ਜਿੰਨੇ ਵੀ ਮੁੰਡੇ ਬੈਠੇ ਨੇ ਸਾਰਿਆਂ ਕੋਲ ਡਿਗਰੀ ਹੈ। ਇਹ ਉਸ ਪੰਜਾਬ ਦਾ ਭਵਿੱਖ ਸਨ। ਉਸ ਪੰਜਾਬ ਨੂੰ ਛੱਡ ਕੇ ਆਏ ਕਿਉਂ ਨੇ? ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਭਵਿੱਖ ਨਹੀਂ ਰਹਿ ਗਿਆ। ਭਵਿੱਖ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦੀ ਡਾਂਗ ਤਕੜੀ ਹੈ। ਭਵਿੱਖ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਕੋਲ 4 ਪੈਸੇ ਨੇ। ਭਵਿੱਖ ਉਹਨਾਂ ਲੋਕਾਂ ਦਾ ਹੈ ਜਿਹੜੇ ਰਾਜਨੀਤੀ ਦੇ ਵਿੱਚ ਨੇ। ਬਾਕੀ ਸਭ ਨੂੰ ਜ਼ਮੀਨਾਂ ਗਹਿਣੇ ਰੱਖ ਕੇ, ਲੋਕਾਂ ਤੇ ਵਿਆਜੋਂ ਪੈਸਾ ਲੈ ਕੇ, ਘਰ ਗਹਿਣੇ ਰੱਖ ਕੇ, ਫਿਰ ਇਹਨਾਂ ਮੁਲਕਾਂ ਦੇ ਵਿੱਚ ਇਹ ਬੱਚੇ ਇੱਥੇ ਪੜ੍ਹਾਈਆਂ ਕਰਨ ਲਈ ਪਹੁੰਚੇ ਆ, ਜਾਂ ਹੋਰ ਜਿਹੜੇ ਆਏ ਨੇ ਕਿਸੇ ਕਾਰਨ ਕਰਕੇ ਇੱਥੇ ਰਹਿ ਗਏ ਆ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੇਰਾ ਪੰਜਾਬ ਉੱਜੜ ਰਿਹਾ। ਪਰ ਇਸ ਪੰਜਾਬ ਦੇ ਵਿੱਚ ਵਿਦੇਸ਼ਾਂ ਜਿਹੜਾ ਵਸਿਆ ਹੋਇਆ ਪੰਜਾਬ ਹੈ, ਇਸ ਪੰਜਾਬ ਨੂੰ ਸਫਲ ਕਰਨ ਦੇ ਲਈ ਇਹਨਾਂ ਨੌਜਵਾਨਾਂ ਦਾ ਬੜਾ ਵੱਡਾ ਯੋਗਦਾਨ ਹੈ। ਇਸ ਯੋਗਦਾਨ ਦੇ ਵਾਸਤੇ ਇਹਨਾਂ 'ਚੋਂ ਕੋਈ ਵੀ PR ਨਹੀਂ। ਇਹਨਾਂ ਦੇ ਵਿੱਚੋਂ ਕਿਸੇ ਕੋਲ, ਬਹੁਤਿਆਂ ਕੋਲ ਵਰਕ ਪਰਮਿਟ ਵੀ ਨਹੀਂ। ਪਰ ਉਹ ਚਾਹੁੰਦੇ ਨੇ ਕਿ ਜੇ 2015 ਤੇ 2016 ਨਵੰਬਰ ਤੋਂ ਲੈ ਕੇ ਜਨਵਰੀ ਤੱਕ 25,000 ਦਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੀਰੀਆ ਦੇ ਵਿੱਚੋਂ 25,000 ਸ਼ਰਨਾਰਥੀ ਲੈ ਕੇ ਆਵਾਂਗੇ। ਸ਼ਰਨਾਰਥੀ ਕਾਹਦੇ ਵਾਸਤੇ ਲਿਆਂਦੇ ਸੀ? ਕਿ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਲੋਕਾਂ ਦੀ ਹਾਲਤ ਬੜੀ ਖਸਤਾ ਸੀ। ਮੇਰਾ ਖਿਆਲ ਹੈ ਜੇ ਇਹਨਾਂ ਪੰਜਾਬੀਆਂ ਦੀ ਹਾਲਤ ਦੇਖੀਏ, ਜਿਹੜੇ ਉੱਥੋਂ ਇਸ ਤਰੀਕੇ ਨਾਲ ਆਏ ਨੇ, ਉਹਨਾਂ ਦੀ ਹਾਲਤ ਅਫਗਾਨਿਸਤਾਨ ਨਾਲੋਂ ਵੀ ਮਾੜੀ ਹੈ। ਉਹਨਾਂ ਜਿਹੜੇ ਲੋਕ ਪਹੁੰਚੇ ਹੋਏ ਨੇ ਇੱਥੇ, ਉਹਨਾਂ ਦੀ ਹਾਲਤ ਉਹ ਸੀਰੀਆ ਨਾਲੋਂ ਵੀ ਮਾੜੀ ਹੈ। ਪਰ ਕਾਰਨ ਕੀ ਹੈ? ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ। ਸੀਰੀਆ ਤੋਂ ਆਏ ਸ਼ਰਨਾਰਥੀ ਵੈਲਕਮ ਨੇ, ਅਫਗਾਨਿਸਤਾਨ ਤੋਂ ਆਏ ਸ਼ਰਨਾਰਥੀ ਜੀ ਆਇਆਂ ਨੂੰ ਹੈ, ਪਰ ਉਹਨਾਂ ਨੇ ਕਦੇ ਟੈਕਸ ਨਹੀਂ ਜੇ ਭਰਿਆ। ਸਰਕਾਰਾਂ ਉਹਨਾਂ ਨੂੰ ਪੱਲਿਓਂ ਖਰਚਾ ਦੇ ਕੇ ਉਹਨਾਂ ਨੂੰ ਸਰਵਾਈਵ ਕਰਨ ਦਾ ਯਤਨ ਕਰ ਰਹੇ ਨੇ। ਜਿਹੜੇ ਲੋਕ ਇੱਥੇ ਦਿਨ ਰਾਤ ਮਿਹਨਤ ਕਰਕੇ, ਆਪਣੇ ਦਸਾਂ-ਨੌਆਂ ਦੀ ਕਮਾਈ ਕਰਕੇ ਸਰਕਾਰਾਂ ਨੂੰ ਟੈਕਸ ਦੇ ਰਹੇ ਨੇ, ਹਰ ਸਾਲ ਉਹ ਆਪਣਾ ਟੈਕਸ ਭਰਦੇ ਨੇ। ਇਹ ਦੇਸ਼ ਦੀ ਤਰੱਕੀ ਦੇ ਲਈ ਉਹਨਾਂ ਦੀ ਬੜੀ ਵੱਡੀ ਦੇਣ ਹੈ। ਉਹਨਾਂ ਨੂੰ
ਪੱਕਿਆਂ ਕਿਉਂ ਨਹੀਂ ਕੀਤਾ ਜਾ ਰਿਹਾ? ਸਵਾਲ ਅੱਜ ਇਹ ਹੈ। ਮੈਂ ਬਲਜਿੰਦਰ ਕੌਰ ਸਾਂਝਾ ਟੀਵੀ ਤੋਂ ਅੱਜ ਤੁਹਾਨੂੰ ਲੈ ਕੇ ਪਹੁੰਚੇ ਸੀ ਅਸੀਂ ਹਾਲੈਂਡ ਪਾਰਕ, ਜਿਹੜਾ ਕਿ ਸਰੀ ਦੇ ਵਿੱਚ 100 ਤੇ ਕਿੰਗ ਜਾਰਜ ਤੇ ਆ, ਜਿੱਥੇ ਅੱਜ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੋਇਆ ਸੀ। ਹੋਪ ਸੇਵਾ ਸੁਸਾਇਟੀ ਵੱਲੋਂ ਇੱਕ ਪੀਸਫੁਲ ਪ੍ਰੋਟੈਸਟ ਰੱਖਿਆ ਗਿਆ ਸੀ, ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਹੇ ਲੋਕ ਨੇ ਜਿਹੜੇ ਬਿਨਾਂ ਪੇਪਰਾਂ ਤੋਂ ਰਿਫਿਊਜੀ ਨੇ ਜਾਂ ਵਰਕ ਪਰਮਿਟ ਹੋਲਡਰ ਨੇ, ਉਹਨਾਂ ਨੇ ਆਪਣੀ ਆਵਾਜ਼ ਚੁੱਕੀ ਸੀ ਕਿ ਉਹਨਾਂ ਨੂੰ ਵੀ ਇਹਨਾਂ ਮੁਲਕਾਂ ਦੇ ਵਿੱਚ ਪੱਕਿਆ ਕੀਤਾ ਜਾਵੇ। ਸੋ ਉਮੀਦ ਕਰਦੀ ਹਾਂ ਤੁਸੀਂ ਹਮੇਸ਼ਾ ਹੀ ਹਰ ਇੱਕ ਫੀਲਡ ਦੇ ਵਿੱਚ ਇੱਥੇ ਪੰਜਾਬੀ ਅੱਗੇ ਨੇ, ਔਰ ਜਿਸ ਤਰ੍ਹਾਂ ਜਦੋਂ ਅਸੀਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ ਜਾਂ ਕਿਸੇ ਰੈਲੀ ਦੀ ਗੱਲ ਕਰਦੇ ਹਾਂ, ਸੋ ਕਮਿਊਨਿਟੀ ਦੇ ਕੰਮ ਹੁੰਦੇ ਆ ਤੇ ਸਾਂਝਾ ਟੀਵੀ ਹਮੇਸ਼ਾ ਪਹੁੰਚਦਾ ਆ। ਸੋ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ, ਕੈਮਰਾਮੈਨ ਬਲ ਬੇਂਸ ਦੇ ਨਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।